वजह की है भारत ਮਾਤਾ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਆਉਂਦੇ ਹੋ ਹਰ ਸਾਲ ਤੁਹਾਨੂੰ ਜੰਮੂ ਕਸ਼ਮੀਰ ਜਿਹੜੀ ਪੁਲਿਸ ਹੈ ਉਹ ਰੋਕਦੀ ਹੈ। ਇਸ ਵਾਰ ਤੁਸੀਂ ਮੈਂਬਰ ਪਾਰਲੀਮੈਂਟ ਚੁਣ ਕੇ ਆਏ ਹੋ ਫਿਰ ਤੁਹਾਨੂੰ ਰੋਕਿਆ ਗਿਆ ਇੱਥੇ। हेलो पता नहीं यार की चक्कर हाँ चल वाहिगुरू जी का खालसा वाहिगुरू जी की फतेह। इस वक्त लखनपुर कॉरीडोर के ਆਪਾਂ ਤੁਸੀਂ देख पा रहे हो ਜਿਹੜਾ ਕਿ ਕਾਫਿਲਾ ਸੀ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜੀ ਦਾ ਉਹ ਇਸ ਵਕਤ ਕੌਰੀਡੋਰ ਤੇ ਪੁੱਜ ਚੁੱਕਿਆ ਹੈ। ਐਡਮਿਨਿਸਟ੍ਰੇਸ਼ਨ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਔਰ ਪੂਰਨ ਤੌਰ ਤੇ ਉਹਨਾਂ ਨੂੰ ਅੱਗੇ ਜਾਣ ਦੀ ਮਨਾਹੀ ਹੈ। ਆਪਾਂ ਉਹਨਾਂ ਨਾਲ ਵੀ ਰੂਬਰੂ ਕਰਵਾਵਾਂਗੇ ਤੁਹਾਨੂੰ। ਇੱਕ ਮਿੰਟ थोड़ा बड़ा ही जाना थोड़ा न्यूज़ का फेरी पहले गल कर रहे हैं ठीक है। ਹੁਣ ਐਡਮਿਨਿਸਟ੍ਰੇਸ਼ਨ ਨਾਲ ਗੱਲਬਾਤ ਦੇ ਬਾਅਦ ਆਪਾਂ ਤੁਹਾਨੂੰ ਜ਼ਰੂਰ ਰੂਬਰੂ ਕਰਵਾਵਾਂਗੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨਾਲ। ਲਾਈਵ ਅਪਡੇਟ ਤੁਸੀਂ ਦੇਖ ਪਾ ਰਹੇ ਹੋ ਇਸ ਵਕਤ ਜਿਹੜਾ ਕਾਫਿਲਾ ਸਵੇਰ ਤੋਂ ਹੀ ਉਡੀਕ ਸੀ ਜੰਮੂ ਕਸ਼ਮੀਰ ਦੇ ਸਾਰੇ ਹੀ ਸਿੱਖ ਸੰਗਤ ਨੂੰ ਇਸ ਵਕਤ ਪੁੱਜ ਚੁੱਕੇ ਹਨ। फड़ सकती है हाई कोर्ट ते सुप्रीम कोर्ट अपना एक्शन ही नहीं ले रही। हालात देखने जा रहे हैं इस टाइम गलबात चल रही है थोड़ी सरदार सिमरनजीत सिंह जी मान ਦੇ ਬਾਰੇ ਆਪਾਂ ਗੱਲਬਾਤ ਕਰਵਾਵਾਂਗੇ ਉਹਨਾਂ ਨਾਲ ਵੀ ਤੁਹਾਨੂੰ। ਅਗਲੇ ਪਾਸੇ थोड़ा साइड पे हो जो है। हेलो थोड़ा साइड पे हो जो ਵਾਹਿਗੁਰੂ ਜੀ ਕੀ ਫਤਿਹ। ਪੂਰਾ ਸਿੱਖ ਜਗਤ ਤੁਹਾਡੀ ਇਸ ਟਾਈਮ ਆਵਾਜ਼ ਸੁਣ ਰਿਹਾ ਹੈ। ਇੱਕ ਬਾਣੀ ਚੈਨਲ ਜੰਮੂ ਕਸ਼ਮੀਰ ਦਾ ਇਕਲੌਤਾ ਸਿੱਖੀ ਚੈਨਲ ਹੈ। ਮੈਂ ਜਾਣਨਾ ਚਾਹਾਂਗਾ ਕਿ ਡੈਮੋਕ੍ਰੇਸੀ ਦੀ ਗੱਲ ਕੀਤੀ ਜਾਂਦੀ ਹੈ, ਕੀ ਦੇਖਦੇ ਹੋ ਇਸ ਚੀਜ਼ ਨੂੰ? हाँ मैनू कादे लिए रोकया, मैनू तो कोई कारण दसन नोटिस भी नहीं दिता कोई। ये मेरा मतलब है कि कोई वजह तो होनी चाहिए है ना कि क्यों रोकया होया। बिल्कुल बिल्कुल सारी सिख संगत जेड़ी इंडियन टेरिटरी च है, मेरा हक है जिथे मर्जी मैं जावां। मैं मैंबर पार्लियामेंट है, मैं जे पाकिस्तान भी जाना है मैनू वीज़ा नहीं चाहिए, मेरा पासपोर्ट नहीं चाहिए। वो गेट खोल देंगे इंडियन टेरिटरी च, मेरे गेट क्यों बंद किए है? बिल्कुल बिल्कुल ਹੁਣ ਸਾਰੀ ਸਿੱਖ ਸੰਗਤ ਜਿਹੜੀ ਤੁਹਾਡੀ ਉਡੀਕ ਕਰ ਰਹੀ ਸੀ ਸਵੇਰ ਤੋਂ ਹੀ, ਚਾਹੇ ਮੈਂ ਜੰਮੂ ਦੀ ਗੱਲ ਕਰਾਂ, ਵਿਜੇਪੁਰ ਦੀ ਗੱਲ ਕਰਾਂ, ਸਾਂਬਾ ਦੀ ਗੱਲ ਕਰਾਂ, ਤੇ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਤੁਹਾਨੂੰ ਪੂਰਨ ਰੂਪ ਤੋਂ ਰੋਕ ਦਿੱਤਾ ਗਿਆ। ਕੋਈ ਗੱਲ ਹੋਈ ਸੀ ਪਹਿਲੇ ਆਉਣ ਤੋਂ, ਕਿਉਂਕਿ ਇੱਕ ਰਿਪਰੈਜ਼ੈਂਟੇਟਿਵ ਪੋਸਟ ਹੈ ਮੈਂਬਰ ਆਫ ਪਾਰਲੀਮੈਂਟ ਦੀ, ਕਿਆ ਤੁਹਾਨੂੰ ਇਸ ਚੀਜ਼ ਦਾ ਪਤਾ ਸੀ ਪਹਿਲੇ? नहीं मैनू नहीं सी पता। जे मैनू पता हुंदा तो मैं कोई इंतजाम करता, अपने वकील लेके आउंदा, कुछ करता। गल कर रहे हैं एसपी साहब ने रिकॉर्ड करो। ਹੁਣ ਇਸ ਵਕਤ एसपी वगैरह लोग गल करो रिकॉर्ड करो। ਐਡਮਿਨਿਸਟ੍ਰੇਟਿਵ ਪੋਸਟ ਜਿਹੜੇ ਐਡੀਸ਼ਨਲ ਡੀਸੀ ਸਾਹਿਬ ਹੋ ਗਏ ਜਾਂ ਤਹਿਸੀਲਦਾਰ ਹੋ ਗਏ ਜਾਂ ਐਡੀਸ਼ਨਲ ਐਸਪੀ ਸਾਹਿਬ ਇਸ ਟਾਈਮ ਗੱਲਬਾਤ ਕਰ ਰਹੇ ਨੇ। ਹੁਣ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਹੁਣ ਚੀਜ਼ ਪੁੱਛ ਰਹੇ ਨੇ ਕਿ ਇੱਕ ਰਿਪਰੈਜ਼ੈਂਟੇਟਿਵ ਪੋਸਟ ਹੈ ਜਿਹੜੀ ਮੈਂਬਰ ਆਫ ਪਾਰਲੀਮੈਂਟ ਦੀ किस वजह ਨਾਲ ਰੋਕਿਆ ਗਿਆ, ਜੋ ਕਿ ਸਵਾਲ ਜਵਾਬ ਇਸ ਟਾਈਮ ਚੱਲ ਰਿਹਾ। ਤੁਸੀਂ ਲਾਈਵ ਇੱਕ ਬਾਣੀ ਚੈਨਲ ਤੇ ਵਿਜ਼ੂਅਲ ਦੇਖ ਰਹੇ ਹੋ। ਸਵੇਰੇ ਤੋਂ ਹੀ ਸਾਰੀ ਸਿੱਖ ਸੰਗਤ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਵਸਦੀ ਆ ਉਹ ਉਚੇਚੇ ਤੌਰ ਤੇ ਉਡੀਕ ਕਰ ਰਹੀ ਸੀ ਕਿ ਉਹਨਾਂ ਦਾ ਕਾਫਿਲਾ ਕਦੋਂ ਜੰਮੂ ਨੂੰ ਰਵਾਨਾ ਹੋਏਗਾ, ਜਦੋਂ ਸਾਰੇ ਹੀ ਮਿਲਣਗੇ ਔਰ ਆਪਣੇ ਆਪਣੇ ਜਿਹੜਾ ਜੰਮੂ ਕਸ਼ਮੀਰ ਦਾ ਦੌਰਾ ਹੈ ਉਹ ਸਵੇਰ ਤੋਂ ਹੀ ਉਡੀਕ ਕੀਤੀ ਜਾ ਰਹੀ ਹੈ ਜੰਮੂ ਕਸ਼ਮੀਰ ਦੀ ਸੰਗਤ ਵੱਲੋਂ। ਉਹ ਲਾਈਵ ਵਿਜ਼ੂਅਲਸ ਇਸ ਵਾਲੇ ਤੁਸੀਂ ਦੇਖ ਪਾ ਰਹੇ ਹੋ। ਐਡਮਿਨਿਸਟ੍ਰੇਸ਼ਨ ਆਫੀਸਰਸ ਦੇ ਵੱਲੋਂ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈਗੀ ਹੈ ਕਿ ਕਿਆ ਵਜ੍ਹਾ ਰਹੀ ਹੈ ਇਸ ਚੀਜ਼ ਦੀ ਜਿਹੜੀ ਇਹਨਾਂ ਨੂੰ ਰੋਕਿਆ ਜਾ ਰਿਹਾ ਹੈ। ਕਿਉਂਕਿ ਪਹਿਲੇ ਵੀ ਇੱਕ ਵਾਰ ਸਿਮਰਨਜੀਤ ਸਿੰਘ ਜੀ ਮਾਨ ਆਏ ਸਨ, ਲੇਕਿਨ ਉਹਨਾਂ ਨੂੰ ਨਹੀਂ ਆਉਣ ਦਿੱਤਾ ਗਿਆ। ਬਟ ਅੱਜ ਮੈਂਬਰ ਆਫ ਪਾਰਲੀਮੈਂਟ ਸਨ। ਜਦੋਂ ਆਪਾਂ ਗੱਲਬਾਤ ਕੀਤੀ ਉਹਨਾਂ ਨਾਲ, ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਅੱਜ ਦਾ ਮੈਂਬਰ ਆਫ ਪਾਰਲੀਮੈਂਟ ਹੈਗਾ ਇੱਕ ਰਿਪਰੈਜ਼ੈਂਟੇਟਿਵ ਪੋਸਟ ਦੇ ਉੱਪਰ, ਇੱਕ ਹਾਊਸ ਹੈ ਜਿਹੜਾ ਜੰਮੂ ਕਸ਼ਮੀਰ ਦਾ, ਉਹਨੂੰ ਰਿਪਰੈਜ਼ੈਂਟ ਕਰ ਰਿਹਾ ਹੈਗਾ। ਤੇ ਅੱਜ ਮੈਨੂੰ ਸਮਝ ਨਹੀਂ ਆ ਰਹੀ ਕਿ ਪਹਿਲੇ ਆਉਣ ਤੋਂ ਰੋਕਿਆ ਨਹੀਂ ਗਿਆ ਤੇ ਕੀ ਵਜ੍ਹਾ ਰਹੀ ਹੈਗੀ ਹੈ।
Talk to me like that. ਸਰ ਰਿਕੁਐਸਟ ਹੈ ਸਰ No request. You give it to me in writing that I'm banned from going into my own country. ਠੀਕ ਹੈ ਸਰ सर हिंदुस्तान पार्लियामेंट के मेंबर हैं सर ਠੀਕ ਹੈ ਸਰ मेंबर ऑफ पार्लियामेंट है ठीक सर। है कोई लिख के दो. ਨਹੀਂ ਸਰ ਪਰਮਿਸ਼ਨ ਨਹੀਂ ਹੈ No, I can't. I can't take that. ओके सर हाँ. जिला इंतजामिया के साथ उनकी बातचीत हो रही है और आपको दिखाना चाहेंगे नहीं सर फिर बोल दीजिए इनको पता क्या सर सुबह के जम्मू तक लोग इंतजार कर रहे हैं इनका ਬੜਾ ਹੀ ਕਲੀਅਰ ਕੱਟ ਜਵਾਬ ਜਿਹੜਾ ਇਸ ਟਾਈਮ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਵੱਲੋਂ ਦਿੱਤਾ ਗਿਆ ਹੈ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਕਿਸ ਤੌਰ ਤੇ ਰੋਕਿਆ ਜਾ ਰਿਹਾ ਔਰ ਰਿਟਨ ਦੇ ਵਿੱਚ ਦਿੱਤਾ ਜਾਵੇ ਕਿ ਮੈਨੂੰ ਅਸਲ ਮਕਸਦ ਕੀ ਹੈ ਜੰਮੂ ਕਸ਼ਮੀਰ ਦੇ ਰੋਕਣ ਦਾ, ਕਿਉਂਕਿ ਸਾਰੀ ਹੀ ਸਿੱਖ ਸੰਗਤ ਇਸ ਟਾਈਮ ਉਡੀਕ ਕਰ ਰਹੀ ਸੀ ਉਹਨਾਂ ਨੂੰ ਮਿਲਣ ਦੇ ਲਈ, ਆਪਣੇ ਜਿਹੜੇ ਚਾਹਵਾਨ ਸਿੱਖ ਸੰਗਤ ਹੈਗੀ ਹੈ ਜੰਮੂ ਕਸ਼ਮੀਰ ਦੀ। ਹੁਣ ਤੁਸੀਂ ਲਾਈਵ ਵਿਜ਼ੂਅਲਸ ਇਸ ਵਕਤ ਕੋਰੀਡੋਰ ਦੇ ਵੇਖ ਰਹੇ ਹੋ। ਅੱਜ ਕਾਫਿਲਾ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰਾਂ ਦਾ ਆਇਆ ਹੋਇਆ ਹੈ, ਲੇਕਿਨ ਤਾਜੁਬ ਦੀ ਗੱਲ ਹੈ ਕਿ ਕੋਈ ਵੀ ਫੋਰਸ ਜਿਹੜੀ ਪਹਿਲੇ ਹੀ ਤੋਂ ਦੇਖਿਆ ਜਾਂਦਾ ਕਿ ਉਹ ਲੈ ਕੇ ਨਹੀਂ ਆਉਂਦੇ ਹੈਗੇ ਔਰ ਅੱਜ ਵੀ ਨਹੀਂ ਲੈ ਕੇ ਆਏ ਹਨ। ਲਾਈਵ ਵੀਡੀਓ ਸਿਸਟਮ ਕੋਰੀਡੋਰ ਤੇ ਤੁਸੀਂ ਦੇਖ ਰਹੇ ਹੋ। ਇਹ ਇੱਕ ਲੈਟਰ ਉਹਨਾਂ ਨੂੰ ਕਹੋ ਜੀ ਸਾਨੂੰ ਪ੍ਰੋਬਲਮ ਕ੍ਰੀਏਟ ਹੋ ਗਈ ਉਹ ਦੇਖੋ ਤੁਹਾਡੀ ਬਾਤ ਤੁਸੀਂ ਲਿਖ ਕੇ ਦੇ ਦੇ ਸਰ ਮੈਂ ਸਮਝ ਨਹੀਂ ਇਹ ਨਹੀਂ ਹੋ ਸਕਦਾ ਉਹ ਵੀ ਅਗਰ ਤੁਹਾਨੂੰ ਪਤਾ ਹੀ ਹੈ ਫਿਰ ਇਹ ਤੇ ਗੱਲ ਨਹੀਂ ਹੈਗੀ ਕਿ ਉਹ ਮੇਰੇ ਵਰਗੇ ਮੈਨੂੰ ਕਹੋਗੇ ਮੈਂ ਤੁਹਾਡੀ ਗੱਲ ਮੰਨ ਲਾਂਗਾ ਉਹ ਪ੍ਰੋਬਲਮ ਕੈਮਰੇ ਦੀ ਤਾਂ ਸਭ ਨੂੰ ਰੋਕਿਆ ਜਦੋਂ ਫਿਰ ਤੇ ਸਾਡੇ ਜਿਹੜੀ ਭਾਰਤ ਸਰਕਾਰ ਹੈ ਉਹਦਾ ਦਾਅਵਾ ਹੈ ਕਿ ਧਾਰਾ 370 ਟੁੱਟਣ ਦੇ ਬਾਅਦ ਤੋਂ ਲੈ ਕੇ ਜਿੱਥੇ ਦਾ ਉਹ ਬੰਦ ਕਰ ਦਿੱਤਾ ਗਿਆ, ਖਤਮ ਹੋ ਗਿਆ। ਕਿਆ ਤੁਹਾਨੂੰ ਲੱਗਦਾ ਸਰ ਮੈਂ ਤਾਂ ਉਹ ਗੱਲ ਹੀ ਨਹੀਂ ਮੈਂ ਕਿਹਾ ਤੁਹਾਡੇ ਨਾਲ ਸਾਡਾ ਕੋਈ ਠੀਕ ਹੈ ਸਰ ਥੈਂਕ ਯੂ ਕੋਈ ਗੱਲ ਨਹੀਂ हाँ जी ਆਰਡਰ ਭੇਜ ਹਾਂਜੀ 10 ਮਿੰਟ ਇੱਕ ਮਿੰਟ ਇਹ ਲੱਗਦਾ ਕਿ ਜਿਹੜੀ ਡੈਮੋਕ੍ਰੇਸੀ ਹੈ ਜਮਹੂਰੀਅਤ ਆ ਜੰਮੂ ਕਸ਼ਮੀਰ नहीं कोई ऑर्डर आया है सर कुछ इनको हाँ सर कोई ऑर्डर आया सर इनको रोकने के लिए अभी परमिशन नहीं है सबको मैंने रिक्वेस्ट की नहीं सर वो हमारी लोकसभा के चुने हुए नुमाइंदे हैं और हमारे सिखों की डिमांड को सुनने के लिए आ रहे हैं जम्मू कश्मीर में। नहीं उसमें मैं कोई डिनाई नहीं कर रहा हूँ आपको, मैंने कोई डिनाई नहीं किया आपको, लेकिन परमिशन नहीं है मैंने आपको पहले नहीं सर वो हमारे देखो हम लोकतंत्र में विश्वास करने वाले लोग हैं, हमारे साथ ऐसा क्यों? अगर हमारी कोई प्रॉब्लम सुनने हमारे सिख समुदाय का कोई आ रहा है तो उसको आने देना चाहिए। ਬਿਲਕੁਲ ਇਸ ਵਕਤ ਤੁਸੀਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਕਠੂਆ ਦੇ ਕੈਸ਼ੀਅਰ ਸਾਹਿਬ ਸਰਦਾਰ ਦਿਲਜੀਤ ਸਿੰਘ ਜੀ ਨੂੰ ਵੀ ਸੁਣ ਰਹੇ ਸੋ, ਜਿਹੜੇ ਕਿ ਐਡੀਸ਼ਨਲ ਡੀਸੀ ਸਾਹਿਬ ਨਾਲ ਗੱਲਬਾਤ ਕਰ ਰਹੇ ਸਨ ਕਿ ਕਿਉਂ ਰੋਕਿਆ ਗਿਆ, ਕਿਹੜਾ ਇੱਕ ਡੈਮੋਕ੍ਰੈਟਿਕ ਰਾਈਟ ਹੁੰਦਾ ਇੱਕ ਮੈਂਬਰ ਆਫ ਪਾਰਲੀਮੈਂਟ ਦਾ ਹਿੰਦੁਸਤਾਨ ਦੀ ਕਿਸੇ ਵੀ ਕੋਨੇ ਦੇ ਵਿੱਚ ਜਾ ਸਕਦੇ ਹਨ। ਬੇहद ਤਾਜੁਬ ਦੀ ਗੱਲ ਹੈ ਕਿ ਇਸ ਵਕਤ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਨਾਲ ਕੋਈ ਵੀ ਪੁਲਿਸ ਫੋਰਸ ਨਹੀਂ ਆਈ ਹੋਈ ਹੈ ਪੰਜਾਬ ਤੋਂ। ਬੜੀ ਹੈਰਤ ਚੀਜ਼ ਹੈ ਕਿਉਂਕਿ ਉਹ ਬਿਲਕੁਲ ਆਪਣੇ ਰੂਲਸ ਨੂੰ ਫੋਲੋ ਕਰਦੇ ਹੋਏ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕੋਈ ਕਨਫਲਿਕਟ ਐਡਮਿਨਿਸਟ੍ਰੇਸ਼ਨ ਨਾਲ ਨਹੀਂ ਹੋਣਾ ਇੱਥੇ, ਬਿਲਕੁਲ ਉਹੀ ਪਿਆਰ ਨਾਲ ਗੱਲ ਕਰ ਰਹੇ ਹਨ ਐਡਮਿਨਿਸਟ੍ਰੇਸ਼ਨ ਨਾਲ ਕਿ ਮੈਨੂੰ ਰਿਟਨ ਪ੍ਰੂਫ ਦਿੱਤਾ ਜਾਏ ਕਿ ਮੈਨੂੰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਕਿ ਇੰਡੀਅਨ ਟੈਰੀਟਰੀ ਦਾ ਇੱਕ ਸਟੇਟ ਹੈ, ਇੱਕ ਯੂਟੀ ਹੈ, ਉੱਥੇ ਮੈਨੂੰ ਜਾਣ ਨਹੀਂ ਦਿੱਤਾ ਜਾ ਰਿਹਾ, ਹਾਲਾਂਕਿ ਮੇਰੇ ਕੋਲ ਰਾਈਟਸ ਹਨ ਅੰਦਰ ਜਾਣ ਦੇ। ਤੁਸੀਂ ਦੇਖ ਸਕਦੇ ਹੋ ਇਸ ਵਕਤ ਪੁਲਿਸ ਜਿਹੜੀ ਬੈਰੀਕੇਟਿੰਗ ਕਰਕੇ ਬਿਲਕੁਲ ਪੂਰਨ ਰੂਪ ਤੋਂ ਰੋਕਿਆ ਹੋਇਆ ਹੈ ਇਸ ਟਾਈਮ। ਸਿੱਖ ਸੰਗਤ ਵੀ ਦੂਰ ਦੂਰ ਤੋਂ ਪੁੱਜੀ ਹਨ। हिंदुस्तान हुकूमत मुर्दाबाद 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 हिंदुस्तान हुकूमत मुर्दाबाद। ਜਿੱਦਾਂ ਕਿ ਤੁਸੀਂ ਦੇਖ ਪਾ ਰਹੇ ਹੋ ਇਸ ਟਾਈਮ ਐਜੀਟੇਸ਼ਨ ਜਿਹੜੀ ਹੈ ਉਹ ਸਟਾਰਟ ਹੋ ਚੁੱਕੀ ਹੈ ਇਹਨਾਂ ਦੇ ਵੱਲੋਂ। ਹੁਣ ਅਸੀਂ ਦੱਸਣਾ ਚਾਹਾਂਗੇ ਕਿ ਇਸ ਵਕਤ ਦੇ ਉੱਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਾਫਿਲਾ ਜਿਹੜਾ ਰੁਕਿਆ ਗਿਆ ਸੀ
ਔਰ ਇਹ ਬੈਰੀਕੇਟਿੰਗ ਕਿਉਂ ਕੀਤੀ ਗਈ ਹੈ ਪੂਰਨ ਰੂਪ ਤੋਂ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੂੰ ਵੀ ਇੱਕ ਬਾਣੀ ਚੈਨਲ ਦੇ ਉੱਤੇ ਦੇਖਿਆ। ਹੁਣ ਆਪਾਂ ਪੂਰਾ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਦਾ ਮਾਹੌਲ ਹੈ। ਪੂਰੀ ਬੈਰੀਕੇਟਿੰਗ ਕੀਤੀ ਹੋਈ ਹੈ ਇੱਥੇ। ਸਾਰੇ ਕਿਸੇ ਆਗੂ ਨੂੰ ਪੁੱਛ ਰਹੇ ਨੇ ਕੁਐਸਚਨ ਕਿ ਰਿਟਨ ਦੇ ਤੌਰ ਤੇ ਤੁਹਾਡੇ ਕੋਲ ਕੀ ਪ੍ਰੂਫ ਹੈ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਤੁਸੀਂ ਇਦਾਂ ਰੋਕ ਸਕਦੇ ਹੋ ਵਿਦਆਊਟ ਐਨੀ ਨੋਟਿਸ। ਮੈਨੂੰ ਨੋਟਿਸ ਦਿੱਤਾ ਜਾਏ ਕਿ ਗਵਰਨਮੈਂਟ ਨੇ ਕਿਹੜਾ ਤੁਹਾਨੂੰ ਦਿੱਤਾ ਹੈ, ਐਡਮਿਨਿਸਟ੍ਰੇਸ਼ਨ ਫੋਰਸ ਨੂੰ ਕੀ ਦਿੱਤਾ ਹੈ, ਉਹ ਤੁਹਾਨੂੰ ਦੇਣਾ ਜ਼ਰੂਰੀ ਹੈ। ਮੋਦੀ ਹਕੂਮਤ ਮੁਰਦਾਬਾਦ 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 ਮੋਦੀ ਹਕੂਮਤ ਮੁਰਦਾਬਾਦ 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 ਧੱਕੇ ਸਾਈ ਨਹੀਂ ਚਲੇਗੀ ਹੁਣ ਆਪਾਂ ਲਾਈਵ ਅਪਡੇਟ ਸਵੇਰੇ ਤੋਂ ਹੀ ਤੁਹਾਡੇ ਨਾਲ ਜੁੜੇ ਹੋਏ ਹਾਂ ਕਿਉਂਕਿ ਸਿੱਖ ਸੰਗਤ ਜਿਹੜੀ ਹੈ ਉਹ ਇਸ ਟਾਈਮ ਰੋਸ਼ ਦੇ ਵਿੱਚ ਹੈ। ਆਪਾਂ ਵੀ ਸਮਝ ਸਕਦੇ ਹਾਂ, ਤੁਸੀਂ ਲਾਈਵ ਵੀਡੀਓਜ਼ ਦੇਖੇ ਹਨ ਜਿੱਦਾਂ ਕਿ ਆਪਾਂ ਦੇਖਿਆ ਸੀ ਸਵੇਰੇ ਤੋਂ ਹੀ ਸਿੱਖ ਸੰਗਤ ਵੇਟ ਕਰ ਰਹੀ ਹੈ, ਚਾਹੇ ਉਹ ਵਿਜੇਪੁਰ ਹੋਏ, ਜੰਮੂ ਹੋਏ, ਡਿਫਰੈਂਟ ਲੋਕੇਸ਼ਨ ਦੇ ਉੱਪਰ ਉਹਨਾਂ ਦੇ ਚਾਣ ਵਾਲੇ ਉਹਨਾਂ ਦਾ ਵੇਟ ਕਰ ਰਹੇ ਸਨ। ਆਪਾਂ ਵੀ ਸਵੇਰੇ ਤੋਂ ਇੱਥੇ ਲਾਈਵ ਹੋਏ ਹਾਂ। ਲਾਈਵ ਵੀਡੀਓ ਤੁਸੀਂ ਇਸ ਟਾਈਮ ਕੋਰੀਡੋਰ ਲਖਨਪੁਰ ਦੇ ਵੇਖ ਪਾ ਰਹੇ ਹੋ। ਸਿਮਰਨਜੀਤ ਸਿੰਘ ਮਾਨ ਜੀ ਦਾ ਵੀ ਇਹੀ ਕਹਿਣਾ ਸੀ ਕਿ ਮੇਰੀ ਵੀ ਇੱਕ ਰਿਪਰੈਜ਼ੈਂਟੇਟਿਵ ਪੋਸਟ ਹੈ, ਮੈਨੂੰ ਕਿਉਂ ਆਪਣੀ ਟੈਰੀਟਰੀ ਦੇ ਅੰਦਰ ਕਿਸੇ ਵੀ ਸਟੇਟ ਦੇ ਵਿੱਚ ਨਹੀਂ ਜਾਣ ਦੀ ਪਰਮਿਸ਼ਨ ਦਿੱਤੀ ਜਾ ਰਹੀ। ਇੱਕ ਹਾਊਸ ਦੇ ਮੈਂਬਰ ਹਨ, ਉਹ ਵੀ ਇੱਕ ਵੈਲਿਡ ਕੁਐਸਚਨ ਜਿਹੜਾ ਉਹਨਾਂ ਤੋਂ ਪੁੱਛਿਆ ਗਿਆ ਸੀ। ਹੁਣ ਤੁਹਾਨੂੰ ਦੱਸ ਰਹੇ ਹਾਂ ਸਾਰੇ ਵਿਊਜ਼ ਉੱਥੇ। ਇੱਥੇ ਪੁੱਜੇ ਹੋਏ ਵੀਰਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲੇ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਪਾ ਰਹੇ ਹੋ ਮਾਹੌਲ ਜਿਹੜਾ ਥੋੜਾ ਗਰਮਾ ਗਰਮੀ ਦਾ ਹੋ ਗਿਆ। ਹਾਲਾਂਕਿ ਇੱਕ ਚੀਜ਼ ਦੇਖਣ ਵਾਲੀ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੇ ਬੜੇ ਹੀ ਪੇਸ਼ੈਂਸ ਦੇ ਨਾਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਔਰ ਲੋਕਾਂ ਨੂੰ ਸਮਝਾਇਆ ਕਿ ਤੈਸ਼ ਵਿੱਚ ਨਹੀਂ ਆਣਾ, ਆਪਸੀ ਪਿਆਰ ਜਿਹੜਾ ਉਹ ਬਣਾ ਕੇ ਰੱਖਣਾ ਹੈ ਕਿਉਂਕਿ ਇੱਕ ਡੈਮੋਕ੍ਰੈਟਿਕ ਰਾਈਟ ਹੈ ਇੱਕ ਮੈਂਬਰ ਆਫ ਪਾਰਲੀਮੈਂਟ ਦਾ ਕਿਸੇ ਵੀ ਟੈਰੀਟਰੀ ਦੇ ਅੰਦਰ ਜਾਣ ਲਈ। ਤਾਂ ਮੈਨੂੰ ਲੱਗਦਾ ਨਹੀਂ ਕਿ ਜਿਹੜਾ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਕੋਲੋਂ ਮੰਗਿਆ ਕਿ ਮੈਨੂੰ ਰਿਟਨ ਪ੍ਰੂਫ ਦਿਵੋ ਕਿ ਮੈਨੂੰ ਕਿਸ ਵਜ੍ਹਾ ਨਾਲ ਰੋਕਿਆ ਜਾ ਰਿਹਾ। ਕੀ ਦੇਖਦੇ ਹੋ ਇਸ ਨੂੰ, ਕਿਉਂਕਿ ਸੰਗਤ ਸਵੇਰੇ ਤੋਂ ਵੇਟ ਕਰ ਰਹੀ ਹੈ। ਦੇਖੋ, ਕਾਫੀ ਖੁਸ਼ੀ ਦੇ ਨਾਲ, ਹਰਸ਼ੋਲਾਸ ਦੇ ਨਾਲ ਸਵੇਰੇ ਦੀ ਸੰਗਤ ਜਿਹੜੀ ਹੈ ਉਹ ਲਖਨਪੁਰ ਦੇ ਵਿੱਚ ਡੇਰੇ ਲਾ ਕੇ ਬੈਠੀ ਸੀ। ਜੰਮੂ ਤੋਂ ਆਈਆਂ ਸਨ, ਕੁਝ ਉਧਮਪੁਰ ਤੋਂ ਆਈਆਂ ਸਨ, ਕੁਝ ਵੱਖ-ਵੱਖ ਥਾਵਾਂ ਤੋਂ ਆਈਆਂ ਸਨ। ਉਹ ਸਵੇਰੇ ਦੀਆਂ ਇਸੇ ਤੱਕ ਵਿੱਚ ਬੈਠੀਆਂ ਸਨ ਕਿ ਕਿਸ ਵਕਤ ਮਾਨ ਸਾਹਿਬ ਜਿਹੜੇ ਨੇ ਉਹ ਸਾਡੇ ਸਰਜ਼ਮੀਨ ਜੰਮੂ ਕਸ਼ਮੀਰ ਦੇ ਵਿੱਚ ਆਣਗੇ ਤੇ ਅਸੀਂ ਉਹਨਾਂ ਦਾ ਆਪਣਾ ਵੈਲਕਮ ਕਰਾਂਗੇ ਤੇ ਔਰ ਉਹਨਾਂ ਨੂੰ ਜੰਮੂ ਦੇ ਵਿੱਚ ਦੱਸਾਂਗੇ ਕਿ ਆਪਣਾ ਸਾਡੇ ਮੁੱਦੇ ਕੀ ਹਨ ਔਰ ਜੰਮੂ ਦੇ ਵਿੱਚ ਉਹਨਾਂ ਨੂੰ ਜੰਮੂ ਦਾ ਪੂਰਾ ਦੱਸਿਆ ਜਾਏਗਾ। ਪਰ ਇੱਥੇ ਜਿਸਲੇ ਪਤਾ ਚੱਲਦਾ ਹੈ ਸ਼ਾਮ ਨੂੰ ਕਿ ਮਾਨ ਸਾਹਿਬ ਨੂੰ ਜਿਹੜਾ ਹੈ ਕਿ ਉਹ ਲਖਨਪੁਰ ਬਾਰਡਰ ਤੋਂ ਜਿਹੜਾ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਔਰ ਜਿਸ ਵਕਤ ਅਸੀਂ ਇੱਥੇ ਪਹੁੰਚੇ ਹਾਂ ਤਾਂ ਮਾਨ ਸਾਹਿਬ ਨੇ ਇਹੀ ਪੁੱਛਿਆ ਇਹਨਾਂ ਨੂੰ ਕਿ ਤੁਸੀਂ ਮੈਨੂੰ ਕਿਸ ਕਾਰਨ ਵਰਸ਼ ਜਿਹੜਾ ਇੱਥੇ ਜੰਮੂ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ, ਮੈਨੂੰ ਕੋਈ ਰਿਟਰਨ ਦੇ ਵਿੱਚ ਦਿਓ। ਤੇ ਜੋ ਆਦਮੀ ਪੁੱਛ ਰਿਹਾ ਸੀ ਉਹ ਆਪਣੇ ਆਪ ਨੂੰ ADC ਦੱਸ ਰਿਹਾ ਸੀ। ਉਸਨੇ ਕਿਹਾ ਮੈਨੂੰ ਆਪਣਾ ਕਾਰਡ ਦੱਸੋ ਤਾਂ ਕਿ ਮੈਂ ਆਇਡੈਂਟੀਫਾਈ ਕਰ ਸਕਾਂ ਤੁਸੀਂ ਫਲਾਨੀ ਪੋਸਟ ਤੇ ਹੋ ਤੇ ਤੁਸੀਂ ਵਾਕਈ ਹੀ ਗਵਰਨਮੈਂਟ ਦੇ ਮੁਲਾਜ਼ਮ ਹੋ ਤੇ ਮੈਨੂੰ ਪਤਾ ਚੱਲੇ। ਔਰ ਦੂਸਰਾ ਮੈਨੂੰ ਰਿਟਰਨ ਵਿੱਚ ਦੱਸੋ ਕਿ ਕਿੱਥੇ ਤੁਹਾਨੂੰ ਕੀ ਆਰਡਰ ਆਇਆ ਹੈ ਤਾਂ ਕਿ ਮੈਂ ਫਿਰ ਮੈਂ ਉਸ ਦਾ ਆਰਡਰ ਦਾ ਮੈਂ ਦੇਖਾਂ ਤੇ ਉਸ ਦੇ ਬਾਅਦ ਮੈਂ ਅਗਲੀ ਗੱਲ ਕਰਾਂਗਾ। ਪਰ ਉਹ ਆਰਡਰ ਆਏ ਤੱਕ ਇਹਨਾਂ ਨੇ ਕੁਝ ਵੀ ਨਹੀਂ ਦਿੱਤਾ ਹੈ, ਨਾ ਉਹਨਾਂ ਨੇ ਆਪਣਾ ID ਦੱਸਿਆ ਹੈ। ਦੇਖੋ 370 ਟੁੱਟਣ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਜੰਮੂ ਕਸ਼ਮੀਰ ਦੇ ਵਿੱਚ ਅਮਨ ਹੋਏਗਾ, ਚੈਨ ਹੋਏਗਾ, ਸ਼ਾਂਤੀ ਹੋਏਗੀ, ਖੁਸ਼ਹਾਲੀ ਹੋਏਗੀ ਔਰ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਮਿਲੀਟੈਂਸੀ ਖਤਮ ਕੀਤੀ ਜਾਏਗੀ ਔਰ ਇਹ ਡਿਸਟਰਬ ਸਟੇਟ ਨਹੀਂ ਰਹੇਗੀ। ਅੱਜ 370 ਟੁੱਟਣ ਤੋਂ ਬਾਅਦ ਜਦ ਇਹ ਡਿਸਟਰਬ ਸਟੇਟ ਨਹੀਂ ਹੈ ਰਹੀ, ਹੁਣ ਡਿਸਟਰਬ ਮਿਲੀਟੈਂਸੀ ਨਹੀਂ ਹੈ, ਇੱਥੇ ਕੁਝ ਨਹੀਂ ਹੈ। ਇੱਕ ਸਿੱਖ ਨੁਮਾਇੰਦਾ ਉਹ ਵੀ ਜਿਹੜਾ ਪੰਜਾਬ ਤੋਂ ਇੱਕ ਮੈਂਬਰ ਆਫ ਪਾਰਲੀਮੈਂਟ ਹੈ, ਉਹ ਜਦ ਜੰਮੂ ਕਸ਼ਮੀਰ ਦੇ ਵਿੱਚ ਆਪਣੇ ਹੀ ਭਾਰਤ ਦੇਸ਼ ਦੇ ਵਿੱਚ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਆਣਾ ਚਾਹ ਰਿਹਾ ਹੈ ਔਰ ਗਵਰਨਮੈਂਟ ਉਸ ਨੂੰ ਆਣ ਨਹੀਂ ਦੇ ਰਹੀ ਤੇ ਇੱਥੋਂ ਲੱਗਦਾ ਤੇ ਕਿੱਥੇ ਹੈ ਡੈਮੋਕ੍ਰੇਸੀ। ਫਿਰ ਇੱਕ ਮੈਂਬਰ ਪਾਰਲੀਮੈਂਟ ਦੀ ਡੈਮੋਕ੍ਰੇਸੀ ਨਹੀਂ ਹੈ ਕਿ ਉਹ ਇੱਕ ਸਟੇਟ ਤੋਂ ਦੂਜੀ ਸਟੇਟ ਜਾ ਸਕਦਾ, ਜਿਹੜੀ ਨੇਬਰਹੁੱਡ ਹੈ ਬਿਲਕੁਲ, ਤੇ ਆਮ ਨਾਗਰਿਕ ਵਾਸਤੇ ਫਿਰ ਕੀ ਡੈਮੋਕ੍ਰੇਸੀ ਰਹੇਗੀ। ਇਸ ਕਰਕੇ ਡੈਮੋਕ੍ਰੇਸੀ ਦਾ ਇੱਥੇ ਅੱਜ ਕਤਲ ਕੀਤਾ ਜਾ ਰਿਹਾ। ਇੱਕ ਜਿਹੜਾ ਮੈਂਬਰ ਪਾਰਲੀਮੈਂਟ ਉਹ ਦੂਜੀ ਸਟੇਟ ਹੀ ਆਉਣਾ ਚਾਹੁੰਦਾ, ਉਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਤੇ ਅਸੀਂ ਸਰਕਾਰ ਨੂੰ ਪੁੱਛ ਰਹੇ ਹਾਂ ਕਿ ਕਿਆ ਸਿਰਫ ਇੱਕ ਘੱਟ ਗਿਣਤੀਆਂ ਦੇ ਕਰਕੇ ਹੋ ਰਿਹਾ, ਇੱਕ ਘੱਟ ਗਿਣਤੀਆਂ ਦਾ ਜਿਹੜਾ MP ਹੈ ਉਸ ਦੇ ਕਰਕੇ ਹੋ ਰਿਹਾ। ਅਗਰ ਕਿਆ BJP ਦਾ ਕੋਈ ਪੰਜਾਬ ਤੋਂ ਇੱਥੇ ਜੰਮੂ ਦੇ ਵਿੱਚ ਆਣਾ ਚਾਹੇ,
ਬੀਜੇਪੀ ਦਾ ਕੋਈ ਐਮਪੀ ਹੈ ਜਾਂ ਪੰਜਾਬ ਤੋਂ ਜਾਂ ਐਮਐਲਸੀ ਹੈ ਜਾਂ ਕੁਝ ਹੈ, ਕਿਆ ਉਸ ਨੂੰ ਵੀ ਰੋਕਿਆ ਜਾਏਗਾ ਜਾਂ ਸਿਰਫ ਸਿਮਰਨਜੀਤ ਸਿੰਘ ਮਾਨ ਜੀ ਜਿਹੜੇ ਸਿੱਖ ਲੀਡਰ ਹਨ ਤਾਂ ਇਸ ਕਰਕੇ ਉਹਨਾਂ ਨੂੰ ਰੋਕਿਆ ਜਾ ਰਿਹਾ? ਬਿਲਕੁਲ ਬੇहद ਰੋਸ਼ ਸੀ ਅੱਜ ਜਦੋਂ ਮੈਂ ਵੇਖ ਪਾ ਰਿਹਾ ਸੀ, ਕਿਉਂਕਿ ਬਹੁਤ ਜ਼ਿਆਦਾ ਉਮੀਦਾਂ ਸਨ ਇੱਥੇ ਦੀ ਸੰਗਤ ਨੂੰ ਕਿ ਸਾਡੇ ਜਿਹੜੇ ਵੈਲਿਡ ਪੁਆਇੰਟਸ ਹੈਗੇ ਨੇ, ਜਿੱਦਾਂ ਕਿ ਆਪਾਂ ਸਾਰਿਆਂ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਹੈਗੀ ਹੈ, ਸਾਰੇ ਨੁਮਾਇੰਦਿਆਂ ਨਾਲ ਤੁਹਾਨੂੰ ਮਿਲਾਵਾਂਗੇ ਵੀ ਇੱਕ ਇੱਕ ਕਰਕੇ ਸਾਰਿਆਂ ਦੀ ਰਾਏ ਵੀ ਜਾਣਾਂਗੇ, ਕਿਉਂਕਿ ਹੁਣ ਜਿਹੜੀ ਹੈ ਕਨਫਰੰਟੇਸ਼ਨ ਜਿਹੜੀ ਮੈਂ ਕਹਾਂ ਪੁਲਿਸ ਵਾਲਿਆਂ ਨਾਲ ਹੁਣ ਹੋਣਾ ਸ਼ੁਰੂ ਹੋ ਚੁੱਕੀ ਹੈ, ਬੈਰੀਕੇਟਿੰਗ ਹਟਾਉਣ ਦੀ। ਬੇहद ਦਿਲ ਨੂੰ ਝੰਜੋੜ ਕੇ ਰੱਖ ਦੇਣੇ ਵਾਲੇ ਇਹ ਸੀਨ ਹਨ। ਐਡਮਿਨਿਸਟ੍ਰੇਸ਼ਨ ਪੂਰਨ ਰੂਪ ਤੋਂ ਅੱਗੇ ਹੈਗੀ ਹੈ ਔਰ ਸਿਮਰਨਜੀਤ ਸਿੰਘ ਜੀ ਮਾਨ ਜੋ ਕਿ ਅਕੇਲੇ ਇੱਕ ਮੈਂਬਰ ਆਫ ਪਾਰਲੀਮੈਂਟ ਹਨ, ਆਪਾਂ ਵੀ ਸਮਝਦੇ ਹਾਂ ਕਿ ਉਹਨਾਂ ਦੇ ਨਾਲ ਫੋਰਸ ਹੁੰਦੀ ਹੈ ਜਾਂ ਉਹਨਾਂ ਨੂੰ ਪੂਰਾ ਜਿਹੜਾ ਇੱਕ ਪੂਰੀ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈਗੀ, ਇੱਕ ਸਕਾਡ ਹੁੰਦਾ ਪੂਰਾ ਉਹਨਾਂ ਦੇ ਨਾਲ, ਬਟ ਇਦਾਂ ਦਾ ਉਹ ਬਿਲਕੁਲ ਨਹੀਂ ਆਇਆ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਅੱਜ 370 ਟੁੱਟਣ ਦੇ ਬਾਅਦ ਮੈਂ ਆਪਣੇ ਪੂਰੀ ਸਿੱਖ ਸੰਗਤ ਨੂੰ ਮਿਲ ਸਕਦਾ, ਬਟ ਫਿਰ ਵੀ ਉਹਨਾਂ ਨੂੰ ਰੋਕਿਆ ਗਿਆ। ਉਹ ਇੱਕਦਮ ਸ਼ੌਕ ਸੀ ਕਿ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਬਾਅਦ ਕਿਉਂ ਰੋਕਿਆ ਜਾ ਰਿਹਾ, ਉਹਦੇ ਪਿੱਛੇ ਵੈਲਿਡ ਰੀਜ਼ਨ ਕੀ ਹੈ, ਲੇਕਿਨ ਹਾਲੇ ਤੱਕ ਉਹਨਾਂ ਨੇ ਨਹੀਂ ਮਿਲੀ ਉਹਨਾਂ ਨੂੰ ਉਹ ਆਰਡਰ ਕਾਪੀ ਜਿਹੜੀ ਉਹ ਕਹਿ ਰਹੇ ਸੀ ਕਿ ਮੈਨੂੰ ਮਿਲੇਗੀ। ਮੈਨੂੰ ਦੱਸੋ ਕਿਸ ਵਜ੍ਹਾ ਨਾਲ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਨੂੰ ਰੋਕਿਆ ਜਾ ਰਿਹਾ, ਕਿਸ ਬਿਹਾਫ ਤੇ ਕਿਸ ਨੋਟਿਸ ਤੇ ਰੋਕਿਆ ਜਾ ਰਿਹਾ? ਇਹ ਸਾਰੇ ਹੀ ਨੁਮਾਇੰਦਿਆਂ ਦੀ, ਸਾਰੇ ਹੀ ਸਿੱਖ ਸੰਗਤ ਦੀ, ਉਹਨਾਂ ਨਾਲ ਆਏ ਕਾਫਿਲੇ ਦੇ ਵਿੱਚ ਲੋਕਾਂ ਦੀ ਡਿਮਾਂਡ ਸੀ, ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ। ਹੁਣ ਆਪਾਂ ਤੁਹਾਨੂੰ ਹੋਰ ਵੀ ਨੁਮਾਇੰਦਿਆਂ ਨਾਲ ਇੱਥੇ ਗੱਲਬਾਤ ਕਰਵਾਵਾਂਗੇ। ਮਾਨ ਸਾਹਿਬ ਦੀ ਪਾਰਟੀ ਦੇ ਪ੍ਰਧਾਨ ਹਨ। ਹੁਣ ਆਪਾਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਜੰਮੂ ਕਸ਼ਮੀਰ ਦੇ ਨੁਮਾਇੰਦੇ ਹਨ ਉਹਨਾਂ ਨਾਲ ਗੱਲਬਾਤ ਨੁਮਾਇੰਦਾ ਨਹੀਂ ਹੈ। ਹਾਂਜੀ, ਪ੍ਰੈਜ਼ੀਡੈਂਟ ਹਨ ਜਿਹੜੇ ਜੰਮੂ ਕਸ਼ਮੀਰ ਦੇ ਸਰਦਾਰ ਨਰਿੰਦਰ ਸਿੰਘ ਜੀ, ਉਹਨਾਂ ਨਾਲ ਗੱਲਬਾਤ ਕਰਵਾਵਾਂਗੇ ਕਿ ਕੀ ਮਸਲਾ ਬਣਿਆ ਇੱਥੇ, ਕਿੱਦਾਂ ਰੋਕਿਆ ਗਿਆ, ਕਿਹੜੀ ਕਿਹੜੀ ਚੀਜ਼ਾਂ ਉੱਪਰ ਮਾਨ ਸਾਹਿਬ ਜੀ ਨੇ ਗੱਲਬਾਤ ਕੀਤੀ ਹੈ। ਐਡੀਸ਼ਨਲ ਡੀਸੀ ਸਾਹਿਬ ਹੋਰਾਂ ਨਾਲ ਉਹਨਾਂ ਤੋਂ ਵੀ ਪੁੱਛਿਆ ਗਿਆ ਕਿ ਕਿਹੜੇ ਵੈਲਿਡ ਪੁਆਇੰਟ ਹਨ, ਕਿਹੜੇ ਨੋਟਿਸ ਦੇ ਤਹਿਤ ਉਹਨਾਂ ਨੂੰ ਇਸ ਤਰੀਕੇ ਨਾਲ। ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਮੈਂ ਸਮਝਣਾ ਕਿ ਸਾਰੀ ਅੱਜ ਜੰਮੂ ਕਸ਼ਮੀਰ ਦੀ ਸਿੱਖ ਸੰਗਤ ਅਤੇ ਸਮੁੱਚਾ ਸਿੱਖ ਜਗਤ ਦੇਖ ਰਿਹਾ ਹੈ ਕਿ ਇੱਕ ਮੈਂਬਰ ਪਾਰਲੀਮੈਂਟ ਸਿੱਖ ਕੌਮ ਦਾ, ਔਰ ਸਿਰਫ ਇਸ ਕਰਕੇ ਕਿ ਉਹ ਨਿਤੜਕ ਸਿੱਖ ਕੌਮ ਦੀ ਆਵਾਜ਼ ਚੱਕਦਾ ਹੈ, ਉਹ ਵਿਕਿਆ ਨਹੀਂ ਹੈ। ਔਰ ਅੱਜ ਉਹਨਾਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਆ ਰਹੇ ਸਨ, ਸਾਡੇ ਜੰਮੂ ਕਸ਼ਮੀਰ ਦੇ ਸਿੱਖਾਂ ਦੀ ਜਿਹੜੀਆਂ ਪ੍ਰੋਬਲਮਸ ਨੇ, ਜੰਮੂ ਉਹਨਾਂ ਦੀ ਪ੍ਰੋਬਲਮ ਜਾਣਨ ਵਾਸਤੇ, ਔਰ ਉਹਨਾਂ ਨੂੰ ਇੱਥੇ ਰੋਕਿਆ ਗਿਆ। ਮੈਂ ਸਮਝਦਾ ਕਿ ਇਹ ਸਾਡੇ ਜਮਹੂਰੀ ਹੱਕਾਂ ਦੀ ਘੋਰ ਉਲੰਘਣਾ ਹੈ। ਔਰ ਇਹ ਕਿਹੜੇ ਜਮਹੂਰੀ ਹੱਕ ਨੇ ਕਿ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਇਲੈਕਟਡ ਹੈ ਉਹਨਾਂ ਨੂੰ ਇੱਥੇ ਅੰਦਰ ਐਂਟਰ ਨਹੀਂ ਦਿੱਤਾ ਜਾ ਰਿਹਾ ਜੰਮੂ ਕਸ਼ਮੀਰ ਦੇ ਵਿੱਚ। ਔਰ ਇਹ ਅੱਜ ਜਿਸ ਜੰਮੂ ਕਸ਼ਮੀਰ ਨੂੰ ਇਹ ਕਹਿੰਦੇ ਨੇ ਕਿ ਇੱਥੇ ਬਿਲਕੁਲ ਅਮਨ ਅਮਾਨ ਹੈ, ਇੱਥੇ 370 ਟੁੱਟਣ ਤੋਂ ਬਾਅਦ ਬਿਲਕੁਲ ਇੱਥੇ ਸਭ ਕੁਝ ਠੀਕ ਹੈ, ਇੱਥੇ ਸਭ ਫ੍ਰੀ ਹੈ, ਇਹ ਕਿਹੜੀ ਫਰੀडम ਹੈ? ਇਹ ਕਿਹੜੇ ਸਾਡੇ ਜਮਹੂਰੀ ਅਧਿਕਾਰ ਨੇ? ਬਿਲਕੁਲ ਜਿੱਦਾਂ ਕਿ ਤੁਸੀਂ ਦੱਸ ਰਹੇ ਹੋ, ਮਾਨ ਸਾਹਿਬ ਜੀ ਦਾ ਵੀ ਆਪਾਂ ਲਾਈਵ ਵੀਡੀਓ ਜਿਹੜੇ ਦੱਸੇ ਸੀ ਇੱਕ ਬਾਣੀ ਚੈਨਲ ਦੇ ਨਾਲ, ਤਕਰੀਬਨ ਸਾਰਾ ਜੰਮੂ ਕਸ਼ਮੀਰ ਦਾ ਹੀ ਸਿੱਖ ਇਸ ਵਕਤ ਜੁੜੇ ਔਰ ਲਾਈਵ ਅਪਡੇਟ ਦੀ ਉਡੀਕ ਕਰ ਰਿਹਾ ਸੀ। ਉਹਨਾਂ ਨੇ ਵੈਲਿਡ ਪੁਆਇੰਟ ਪੁੱਛਿਆ ਕਿ ਮੈਨੂੰ ਕਿਸ ਆਧਾਰ ਤੇ ਰੋਕਿਆ ਜਾ ਰਿਹਾ। ਉਹ ਜਮਹੂਰੀਅਤ ਮੇਰਾ ਹੱਕ ਹੈ, ਇੱਕ ਡੈਮੋਕ੍ਰੈਟਿਕ ਰਾਈਟ ਹੈ ਮੈਂਬਰ ਆਫ ਪਾਰਲੀਮੈਂਟ ਦਾ, ਜਿਹੜਾ ਕਿ ਉਹਨਾਂ ਕੋਲ ਜਵਾਬ ਨਹੀਂ ਸੀ। ਤੁਹਾਨੂੰ ਕੀ ਲੱਗਦਾ ਹਾਲੇ ਤੱਕ ਕੋਈ ਡਾਕੂਮੈਂਟ ਸਬਮਿਟ ਕੀਤਾ ਹੈਗਾ ਉਹਨਾਂ ਕੋਈ ਕੋਲ? ਡਾਕੂਮੈਂਟ ਹਾਲੇ ਤੱਕ ਉਹਨਾਂ ਸਬਮਿਟ ਨਹੀਂ ਕੀਤਾ। ਔਰ ਮੈਂ ਸਮਝਦਾ ਕਿ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅੱਜ ਪਹਿਲੀ ਵਾਰ ਖਾਸ ਕਰ ਪੂਰੇ ਜੰਮੂ ਕਸ਼ਮੀਰ ਦਾ ਸਿੱਖ ਅੱਜ ਮਾਨ ਸਾਹਿਬ ਦਾ ਬੜੀ ਸੰਜੀਦਗੀ ਨਾਲ ਸੜਕਾਂ ਤੇ ਉਡੀਕ ਕਰ ਰਿਹਾ ਹੈ। ਜਿਸ ਤਰ੍ਹਾਂ ਕਿ ਸਾਡੇ ਕਠੂਆ ਵਿਖੇ ਪੂਰੀ ਸੰਗਤ, ਪੂਰੀ ਡੀਜੀਪੀਸੀ, ਸਾਂਬਾ ਵਿਖੇ ਪੂਰੀ ਸਿੱਖ ਸੰਗਤ ਇਕੱਠੀ ਹੈ, ਇਸੇ ਤਰ੍ਹਾਂ ਡਿਗਿਆਣਾ ਸਾਰਾ ਜੰਮੂ ਇਕੱਠਾ ਹੈ। ਕੈਂਪ ਗੋਲ ਗੁਜਰਾਲ ਸਾਡਾ ਪ੍ਰੋਗਰਾਮ ਸੀਗਾ। ਔਰ ਮੈਂ ਸਮਝਦਾ ਕਿ ਉਹਨਾਂ ਨੇ ਇਸੇ ਕਰਕੇ ਮਾਨ ਸਾਹਿਬ ਨੂੰ ਰੋਕਿਆ ਕਿ ਉਹ ਆਪਣੀ ਕਮਿਊਨਿਟੀ ਦੇ ਵਿੱਚ ਜਾ ਕੇ ਸਾਡੇ ਹੱਕਾਂ ਦੀ ਗੱਲ ਨਾ ਕਰਨ। ਇਹਦਾ ਮਤਲਬ ਹੈ ਕਿ ਅਸੀਂ 2 ਨੰਬਰ ਦੇ ਸ਼ਹਿਰੀ ਹਾਂ, ਇੱਥੇ ਸਾਡੇ ਨਾਲ 2 ਨੰਬਰ ਦੇ ਸ਼ਹਿਰੀ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਔਰ ਮੈਂ ਸਮਝਦਾ ਕਿ ਸਰਕਾਰ ਦਾ ਇਹ ਜਿਹੜਾ ਤਰੀਕਾ ਹੈ ਇਹ ਬੜਾ ਰੋਂਗ ਮੈਸੇਜ ਜਾਏਗਾ ਸਾਡੇ ਨੌਜਵਾਨਾਂ ਵਿੱਚ। ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਮੈਂ ਹਾਲਾਂ ਵੀ ਉਹਨਾਂ ਨੂੰ ਕਹਿਣਾ ਕਿ ਉਹਨਾਂ ਨੂੰ ਮਾਨ ਸਾਹਿਬ ਨੂੰ ਅਲਾਉ ਕਰ ਦੇਣਾ ਚਾਹੀਦਾ ਹੈ, ਕਿਉਂਕਿ ਮਾਨ ਸਾਹਿਬ ਵੀ ਇਸ ਮੁਲਕ ਦੇ ਸ਼ਹਿਰੀ ਨੇ ਔਰ ਇਸ ਮੁਲਕ ਦੇ ਵਾਸਤੇ ਅਸੀਂ 90% ਕੁਰਬਾਨੀਆਂ ਦੇ ਕੇ ਅਸੀਂ ਆਜ਼ਾਦੀ ਲਈ ਹੈ। ਪਰ ਜੋ ਸਾਡੇ ਨਾਲ ਅੱਜ ਸਲੂਕ ਕੀਤਾ ਜਾ ਰਿਹਾ ਇਹ ਬਹੁਤ ਹੀ ਦੁਖਦਾਈ ਹੈ। ਬਿਲਕੁਲ ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ। ਇਸ ਸਰਦਾਰ ਨਰਿੰਦਰ ਸਿੰਘ ਜੀ, ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ, ਜਿਨ੍ਹਾਂ ਨੇ ਆਪਣਾ ਉਹੀ ਵੈਲਿਡ ਪੁਆਇੰਟ ਰੱਖਿਆ ਜਿਹੜਾ ਕਿ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਜਿਹੜੇ ਬੇਸਿਕ ਰਾਈਟਸ ਹੈਗੇ ਨੇ ਕਿ ਉਹ ਕਿਸੇ ਵੀ ਇੰਡੀਅਨ ਟੈਰੀਟਰੀ ਦੇ ਅੰਦਰ ਜਾ ਸਕਦੇ ਆ, ਬਟ ਉਹਨਾਂ ਨੂੰ ਨਹੀਂ ਪਰਮਿਸ਼ਨ ਦਿੱਤੀ ਗਈ। ਹਾਲੇ ਵੀ ਦੇਖਿਆ ਜਾਏ ਇੱਕ ਐਡਮਿਨਿਸਟ੍ਰੇਟਿਵ ਪੋਸਟ ਹੈਗੀ ਹੈ ਉਹਨਾਂ ਨੂੰ ਕਿਉਂ ਰੋਕਿਆ ਗਿਆ। ਜੋ ਮੈਂ ਉਹਨਾਂ ਨਾਲ ਵੀ ਗੱਲਬਾਤ ਕਰ ਰਿਹਾ ਸੀ ਸਰਦਾਰ ਨਰਿੰਦਰ ਸਿੰਘ ਜੀ, ਉਹਨਾਂ ਕੋਲ ਵੀ ਇਹੀ ਗੱਲ ਸੀ ਕਿ ਸਾਡੇ ਕੋਲ ਨਹੀਂ ਹੈ, ਕਿਉਂ ਰੋਕਿਆ ਜਾ ਰਿਹਾ, ਕਿਉਂ ਨਹੀਂ। ਬਟ ਮੈਂ ਫਿਰ ਵੀ ਇੱਕ ਗੱਲ ਕਹਿਣਾ ਚਾਹਾਂਗਾ, ਜੋ
ਦਿਲ ਨੂੰ ਸਕੂਨ ਦੇਣ ਵਾਲੀ ਸੀਗੀ ਉਹ ਆਪਣੇ ਤਰਫ ਤੋਂ ਬਿਲਕੁਲ ਨਹੀਂ ਆਏ ਸਨ। ਇੱਕ ਪੋਜ਼ਿਟਿਵ ਮੈਸੇਜ ਇੱਥੇ ਦੇ ਲੋਕ ਇੱਕ ਆਪਸੀ ਭਾਈਚਾਰਾ ਆਪਸੀ ਸਾਂਝਵਾਲਤਾ ਲੈ ਕੇ ਇੱਥੇ ਆਏ ਸਨ। ਕੋਈ ਵੀ ਪੁਲਿਸ ਫੋਰਸ ਉਹਨਾਂ ਨਾਲ ਨਹੀਂ ਸੀ। ਬਿਲਕੁਲ ਸ਼ਾਂਤ ਤਰੀਕੇ ਨਾਲ ਆਪਣੀ ਇੱਕ ਇਨੋਵਾ ਕਾਰ ਦੇ ਵਿੱਚ ਜਿਹੜੀ ਤੁਸੀਂ ਸਾਹਮਣੇ ਦੇਖ ਪਾ ਰਹੇ ਹੋ ਵਾਈਟ ਕਲਰ ਦੀ ਹਜੇ ਵੀ ਐਡਮਿਨਿਸਟ੍ਰੇਸ਼ਨ ਨਾਲ ਗੱਲਬਾਤ ਚੱਲ ਰਹੀ ਆ ਔਰ ਇਹ ਚੀਜ਼ ਪੂਰਨ ਰੂਪ ਤੋਂ ਐਜ਼ ਅ MP ਐਜ਼ ਅ ਮੈਂਬਰ ਆਫ ਪਾਰਲੀਮੈਂਟ ਡੈਮੋਕ੍ਰੈਟਿਕ ਰਾਈਟਸ ਹੋਣ ਦੇ ਨਾਲ ਇਹ ਚੀਜ਼ ਪੁੱਛੀ ਜਾ ਰਹੀ ਹੈ ਕਿ ਕਿਸ ਬਿਹਾਫ ਤੇ ਮੈਨੂੰ ਰੋਕਿਆ ਗਿਆ ਉਹ ਨੋਟਿਸ ਮੈਨੂੰ ਦੱਸਿਆ ਜਾਏ। ਤੇ ਮੈਨੂੰ ਨਹੀਂ ਲੱਗਦਾ ਹਜੇ ਤੱਕ ਉਹਨਾਂ ਤੋਂ ਇਹ ਨੋਟਿਸ ਦਿੱਤਾ ਗਿਆ ਜਿਸ ਕਰਕੇ ਉਹ ਕਨਫਰੰਟੇਸ਼ਨ ਦੀ ਜਿਹੜੀ ਸਿਚੁਏਸ਼ਨਸ ਹੈ ਉਹ ਬਣੀ ਹੋਈ ਹੈ। ਐਡਮਿਨਿਸਟ੍ਰੇਸ਼ਨ ਨੇ ਵੀ ਪੂਰਨ ਸਹਿਯੋਗ ਦਿੱਤਾ ਹੋਇਆ ਬਟ ਫਿਰ ਵੀ ਉਹਨਾਂ ਦਾ ਕਹਿਣਾ ਕਿ ਕਿਉਂ ਰੋਕਿਆ ਗਿਆ। ਤੁਸੀਂ ਦੇਖ ਪਾ ਸਕਦੇ ਹੋ ਵਿਜ਼ੂਅਲਸ ਕਿੰਨੇ ਸ਼ਾਂਤ ਸੁਭਾਅ ਦੇ ਨਾਲ ਪੁਲਿਸ ਫੋਰਸ ਐਡਮਿਨਿਸਟ੍ਰੇਸ਼ਨ ਗੱਲਬਾਤ ਚੱਲ ਰਹੀ ਹੈ। ਇਸ ਟਾਈਮ ਆਲਾ ਅਧਿਕਾਰੀ ਜਿਹੜੇ ਇੱਥੇ ਪੁੱਜੇ ਹੋਏ ਹਨ ਉਹ ਗੱਲਬਾਤ ਕਰ ਰਹੇ ਹਨ ਬਟ ਫਿਰ ਵੀ ਉਹ ਨੋਟਿਸ ਜਿਹੜਾ ਅੱਜ ਤੱਕ ਉਡੀਕ ਕਰ ਰਹੇ ਹਨ ਮਾਨ ਸਾਹਿਬ ਕੀ ਕਿਉਂ ਰੋਕਿਆ ਗਿਆ ਹੈ ਕਿਉਂ ਅੱਗੇ ਨਹੀਂ ਜਾਣ ਦਿੱਤਾ ਗਿਆ ਹੈ ਉਹਦਾ ਹਾਲੇ ਤੱਕ ਕੋਈ ਵੀ ਤੋੜ ਜਿਹੜਾ ਉਹ ਨਹੀਂ ਨਿਕਲਿਆ ਹੈ। ਲਾਈਵ ਵੀਡੀਓਸ ਇਸ ਵਕਤ ਤੁਸੀਂ ਕੋਰੀਡੋਰ ਜੰਮੂ ਐਂਡ ਕਸ਼ਮੀਰ ਲਖਨਪੁਰ ਵਿਖੇ ਦੇਖ ਰਹੇ ਹੋ ਜਿਹੜਾ ਕਿ ਇਹ ਕਾਫਿਲਾ ਸੰਗਰੂਰ ਤੋਂ ਜਾਂ ਉਹਨਾਂ ਦੇ ਇਲਾਕਿਆਂ ਤੋਂ ਚੱਲ ਕੇ ਜਿਹੜਾ ਹੁਣ ਜੰਮੂ ਕਸ਼ਮੀਰ ਨੂੰ ਜਾਣਾ ਸੀ ਉੱਥੇ ਡਿਫਰੈਂਟ ਲੋਕੇਸ਼ਨਸ ਦੇ ਉੱਪਰ ਲੋਕਾਂ ਨੇ ਉਹਨਾਂ ਦਾ ਸਵਾਗਤ ਲਈ ਹਜੂਮ ਇਕੱਠਾ ਹੋਇਆ ਸੀ। ਜਿਵੇਂ ਕਿ ਮੈਂ ਆਪਣੀ ਜੰਮੂ ਦੀ ਗੱਲ ਕਰਾਂ ਜਾਂ ਰਸਤਿਆਂ ਦੀ ਵਿਜੇਪੁਰ ਦੀ ਗੱਲ ਕਰਾਂ ਸਾਂਬਾ ਦੀ ਗੱਲ ਕਰਾਂ ਤਾਂ ਬੇहद ਲੋਕ ਜਿਹੜੇ ਇਸ ਵਕਤ ਇਕਬਾਣੀ ਚੈਨਲ ਲਾਈਵ ਦੇਖ ਰਹੇ ਹਨ ਉਹ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰ ਰਹੇ ਹਨ। ਤੁਸੀਂ ਲਾਈਵ ਅਪਡੇਟਸ ਜਿਹੜੇ ਇਸ ਵਕਤ ਦੇਖ ਪਾ ਰਹੇ ਹੋ ਉਹ ਹਨ ਲਖਨਪੁਰ ਕੋਰੀਡੋਰ ਜੰਮੂ ਐਂਡ ਕਸ਼ਮੀਰ ਬਿਲਕੁਲ ਪੰਜਾਬ ਦੇ ਨਾਲ ਨਜ਼ਦੀਕੀ ਬਾਰਡਰ ਲੱਗਦਾ ਜਿੱਥੋਂ ਐਂਟਰੈਂਸ ਜੰਮੂ ਕਸ਼ਮੀਰ ਦਾ ਸਟਾਰਟ ਹੁੰਦਾ ਹੈ। ਤੁਸੀਂ ਲਾਈਵ ਵੀਡੀਓਸ ਇਸ ਵਕਤ ਦੇਖ ਪਾ ਰਹੇ ਹੋ ਲਖਨਪੁਰ ਕੋਰੀਡੋਰ ਜਿੱਥੋਂ ਕਿ ਜੰਮੂ ਕਸ਼ਮੀਰ ਦੀ ਸ਼ੁਰੂਆਤ ਹੁੰਦੀ ਹੈ। ਸਟਾਰਟਿੰਗ ਪੁਆਇੰਟ ਦੇ ਉੱਪਰ ਹੀ ਬੈਰੀਕੇਟਿੰਗ ਕਰਕੇ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਹੈਗਾ। ਆਪਾਂ ਤੁਹਾਨੂੰ ਲਾਈਵ ਵੀਡੀਓਸ ਇਸ ਵਕਤ ਦਿਖਾ ਪਾ ਰਹੇ ਹਾਂ ਜਿਹੜੇ ਕਿ ਹਾਲੇ ਵੀ ਗੱਲਬਾਤ ਚੱਲ ਰਹੀ ਹੈ ਐਡਮਿਨਿਸਟ੍ਰੇਸ਼ਨ ਹੋਰਾਂ ਨਾਲ। भाजपा कहती है श्यामा प्रसाद मुखर्जी ने वीजा कोई भी आ जा सकता ਲਾਈਵ ਵੀਡੀਓਜ਼ ਜਿਹੜੇ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜੀ ਹੋਰਾਂ ਦੇ ਵੇਖ ਪਾ ਰਹੇ ਹੋ ਇਕਬਾਣੀ ਚੈਨਲ ਤੇ ਲਾਈਵ ਆਪਾਂ ਗੱਲਬਾਤ ਵੀ ਕੀਤੀ ਸੀ। ਸਟਾਰਟਿੰਗ ਦੇ ਵੀਡੀਓਜ਼ ਵੀ ਤੁਹਾਡੇ ਤੱਕ ਪਹੁੰਚਾਏ ਸੀ। ਇੱਕ ਬੇहद ਜ਼ਰੂਰੀ ਜਿਹੜਾ ਸਵਾਲ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਤੋਂ ਪੁੱਛਿਆ ਸੀ ਹਾਲੇ ਤੱਕ ਉਹਨਾਂ ਨੂੰ ਨਹੀਂ ਮਿਲਿਆ ਗਿਆ। ਆਪਾਂ ਫਿਰ ਤੋਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕਿਉਂਕਿ ਇਸ ਵਕਤ ਭਾਰੀ ਹਜੂਮ ਜਿਹੜਾ ਉਹ ਪੁੱਜਿਆ ਹੋਇਆ ਜਿਨ੍ਹਾਂ ਨੇ ਕਵਰ ਕੀਤਾ। ਆਪਾਂ ਪੂਰੀ ਕੋਸ਼ਿਸ਼ ਕਰਾਂਗੇ। तिरंगा जो है तिरंगे से आपका भी आउंदा हो क्या ਜਦੋਂ ਮੁਲਕ ਦਾ ਸੱਤਿਆਨਾਸ਼ ਕਰਨਾ ਹੋਏ ਉਹ ਇਹੀ ਦਿਨ ਆਉਂਦੇ ਨੇ ਜਦੋਂ ਘਰ ਦੇ ਵਿੱਚ ਕਲੇਸ਼ ਪਵੇ ਉਦੋਂ ਘਰ ਦੇ ਵਿੱਚ ਲੜਾਈਆਂ ਚਾਲੂ ਹੋ ਜਾਂਦੀਆਂ ਇਹ ਉਹ ਕਲੇਸ਼ ਪਾ ਰਹੇ ਅਗਰ ਕਾਫਲਾ ਨਾਲ ਆगे जान ਦਿੱਤਾ ਗਿਆ ਇਹਦਾ ਟਾਈਮ ਦੱਸੇਗਾ। सर पंजाब में आपकी गवर्नमेंट आ गई है क्या भ्रष्टाचार खत्म हो गया? तो आपने सुना ये थे हमारे साथ ਤੁਸੀਂ ਦੇਖ ਪਾ ਰਹੇ ਹੋ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਕਠੂਆ ਗੱਲਬਾਤ ਕਰਦੀ ਹੋਈ ਇਸ ਵਕਤ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜੀ ਨਾਲ। ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਇੱਕ ਦੁਬਾਰਾ ਤੋਂ ਸਵਾਲ ਪੁੱਛਣ ਦੀ ਕਿ ਕੀ ਕੁਝ ਬਣਿਆ ਔਰ ਕੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਆਸ਼ਵਾਸਨ ਦਿੱਤਾ ਗਿਆ ਜਾਂ ਕੀ ਰਿਪੋਰਟਸ ਦਿੱਤੀ ਗਈਆਂ ਕੀ ਡਾਕੂਮੈਂਟ ਜਿਹੜਾ ਇਹਨਾਂ ਨੂੰ ਸਬਮਿਟ ਕੀਤਾ ਗਿਆ ਕਿ ਤੁਸੀਂ ਕਿਸ ਬਿਹਾਫ ਤੇ ਅੰਦਰ ਨਹੀਂ ਜਾ ਸਕਦੇ ਹੋ। बीजेपी जो मर्जी आ जाए 2 ਮਿੰਟ ਜੀ 2 ਮਿੰਟ ਗੱਲਬਾਤ ਕਰਨੀ ਕੋਈ ਨਹੀਂ ਤੁਸੀਂ ਬਾਅਦ ਬਿਲਕੁਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਕਿਉਂਕਿ ਦੇਖਿਆ ਜਾ ਰਿਹਾ ਕਿ ਕੋਰੀਡੋਰ ਦੇ ਉੱਤੇ ਹੁਣ ਕੰਪਲੀਟਲੀ ਤੌਰ ਤੇ ਕੋਈ ਤੁਹਾਨੂੰ ਆਸ਼ਵਾਸ ਕੀ ਡਾਕੂਮੈਂਟ ਦੱਸਿਆ ਗਿਆ ਕਿ ਕਿਸ ਬਿਹਾਫ ਤੇ ਤੁਹਾਨੂੰ ਰੋਕਿਆ ਗਿਆ? ਰੀਜ਼ਨ ਨਹੀਂ ਨਾ ਦਿੰਦੇ ਵਜ੍ਹਾ ਨਹੀਂ ਦੱਸਦੇ ਨਾ।
ਕਾਨੂੰਨ ਦੇ ਵਿੱਚ ਤੁਹਾਨੂੰ ਵਜ੍ਹਾ ਦੱਸਣੀ ਪੈਂਦੀ ਹੈ। ਜੇ ਚਪੜਾਸੀ ਨੂੰ ਵੀ ਨੌਕਰੀ ਤੋਂ ਕੱਢੋਗੇ ਤੁਹਾਨੂੰ ਕਾਰਨ ਦੱਸਣ ਨੋਟਿਸ ਦੇਣਾ ਪੈਣਾ ਹੈ ਕਿ ਇਸ ਵਜ੍ਹਾ ਦੇ ਲਈ ਤੇਰੀ ਨੌਕਰੀ ਅਸੀਂ ਖਤਮ ਕਰ ਰਹੇ ਹਾਂ। ਪਰ ਇੱਥੇ ਤਾਂ ਮੈਨੂੰ ਦਲੀਲ ਹੀ ਨਹੀਂ ਦਿੱਤੀ ਕਿ ਕਾਹਦੇ ਲਈ ਰੋਕਿਆ ਹੋਇਆ। ਹੁਣ ਇਹ ਤਾਂ ਤਾਨਾਸ਼ਾਹੀ ਹੈ, ਹੋਰ ਕੀ ਹੈ। ਮੈਂ ਜੇਕਰ ਗੱਲ ਕਰਾਂ ਕਿ ਸਾਨੂੰ ਉੱਪਰੋਂ ਆਰਡਰ ਨੇ ਤੇ ਉਹਨਾਂ ਕੋਲ ਲਿਖਤੀ ਆਰਡਰ ਕੋਈ ਨਹੀਂ ਹੈ ਜੀ ਨਾ, ਪਰ ਉੱਤੋਂ ਕਿੱਥੋਂ ਹਵਾ ਤੋਂ ਆਉਂਦੇ ਆਰਡਰ, ਮੇਰੇ ਕੰਨਾਂ 'ਚ ਵੀ ਉੱਤੋਂ ਪਾ ਦੇਣ ਫਿਰ। ਉੱਤੋਂ ਕਿੱਥੋਂ ਆਏ ਆਰਡਰ? ਜੀ ਰੱਬ ਨੇ ਦਿੱਤੇ ਆ, ਮੈਂ ਰੱਬ ਦੇ ਨੇੜੇ ਆ, ਮੇਰੇ ਕੋਲੇ ਵੀ ਭੇਜ ਦੇਣ ਫਿਰ। ਜੀ ਬਿਲਕੁਲ, ਜਿਹਦਾ ਮੈਂ ਪਹਿਲਾਂ ਹੀ ਕਿਹਾ ਸਟਾਰਟ ਕਰਨ ਤੋਂ ਕਿ ਸਾਰੀ ਸਿੱਖ ਸੰਗਤ ਜੰਮੂ ਕਸ਼ਮੀਰ ਦੀ ਤੁਹਾਨੂੰ ਵੇਖ ਰਹੀ ਸੀ, ਤੁਹਾਡੀ ਉਡੀਕ ਕਰ ਰਹੀ ਸੀ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਉਹਨਾਂ ਨੂੰ ਮੈਸੇਜ ਇਹੀ ਕਿ ਮੈਨੂੰ ਨਹੀਂ ਆਉਣ ਦਿੱਤਾ, ਪਰ ਮੈਂ ਆਊਂਗਾ ਜ਼ਰੂਰ, ਹੋਰ ਕਿਸੇ ਰਾਹ ਆ ਜਾਊਂਗਾ। ਬਿਲਕੁਲ, ਇੱਕ ਡੈਮੋਕ੍ਰੈਟਿਕ ਰਾਈਟ ਦੀ ਉਲੰਘਣਾ ਜਿਹੜੀ ਪੂਰਨ ਰੂਪ ਤੋਂ ਹਰ ਇੱਕ ਦੇਖਿਆ ਗਿਆ ਕਿ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰੀ ਆਣਗੇ, ਸਿੱਖ ਸੰਗਤਾਂ ਦੀ ਜਿਹੜੀ ਡਿਮਾਂਡ ਸਨ ਉਹਨੂੰ ਪੂਰਨ ਰੂਪ ਤੋਂ ਐਡਮਿਨਿਸਟ੍ਰੇਸ਼ਨ ਦੇ ਅੱਗੇ ਰੱਖਣਗੇ, ਲੇਕਿਨ ਰੋਕ ਦਿੱਤਾ ਗਿਆ। ਤੇ ਆਖਿਰ ਕੀ ਸ਼ਬਦ ਕਹਿਣਾ ਚਾਹੋਗੇ ਤੁਸੀਂ? ਹਾਂ, ਮੈਂ ਤਾਂ ਪਤਾ ਲੈਣ ਆਇਆ ਪੰਡਤਾਂ ਦਾ ਵੀ, ਮੁਸਲਮਾਨਾਂ ਦਾ ਵੀ, ਸਿੱਖਾਂ ਦਾ ਵੀ, ਸਾਰਿਆਂ ਦਾ ਪਤਾ ਲੈਣ ਆਇਆ ਕਿ ਹੋ ਕੀ ਰਿਹਾ ਇੱਥੇ। 370 ਇਹ ਧਾਰਾ ਕਿਉਂ ਭੰਗ ਕੀਤੀ ਗਈ ਹੈ, ਜਮਹੂਰੀਅਤ ਭੰਗ ਕਿਉਂ ਕੀਤੀ ਗਈ ਹੈ, ਮੈਂ ਤਾਂ ਪਤਾ ਲੈਣ ਆਇਆ। ਕੁਝ ਮਿਲਿਆ ਹਲੇ ਨੋਟਿਸ ਤੁਹਾਨੂੰ? ਮੈਨੂੰ ਕੋਈ ਬਿਲਕੁਲ ਬਿਲकुल ਬਿਲਕੁਲ ਬਿਲकुल ਹੁਣ ਜਿੱਦਾਂ ਕਿ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰਾਂ ਨੇ ਬੜੇ ਹੀ ਸੁਚੇਚੇ ਢੰਗ ਦੇ ਨਾਲ ਸਾਰੀ ਹੀ ਗੱਲਬਾਤ ਸੰਗਤ ਦੇ ਸਾਹਮਣੇ ਰੱਖੀ ਹੈ। ਔਰ ਅੱਜ ਹੁਣ ਤਾਜ਼ਾ ਅਪਡੇਟ ਤੁਹਾਨੂੰ ਦੇ ਦਈਏ ਕਿ 9 ਵਜੇ ਤੱਕ ਜਿਹੜਾ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਕਿਹਾ ਹੈ ਕਿ 1 ਘੰਟੇ ਤੱਕ ਤੁਹਾਨੂੰ ਜਿਹੜਾ ਆਰਡਰ ਕਾਪੀ ਹੈ ਕਿਉਂ ਤੁਹਾਨੂੰ ਕਿਸ ਵਜ੍ਹਾ ਨਾਲ ਨਹੀਂ ਦਿੱਤਾ ਜਾ ਰਿਹਾ ਉਸ ਵੈਲਿਡ ਪ੍ਰੂਫ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਇੱਕ ਜਿਹੜੀ ਸੁਪਰੀਮ ਪਾਰਲੀਮੈਂਟ ਹੈ ਹਿੰਦੁਸਤਾਨ ਦੀ, ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਇਸ ਵਕਤ ਦੇ MP ਹਨ ਔਰ ਜਾਇਜ਼ ਉਹਨਾਂ ਨੂੰ ਇੱਕ ਨੋਟਿਸ ਜ਼ਰੂਰੀ ਪੂਰਨ ਰੂਪ ਤੋਂ ਉਹਨਾਂ ਨੂੰ ਚਾਹੀਦਾ ਸੀ। ਉਹਨਾਂ ਨੇ ਆਂਦਿਆ ਕਿ ਮੈਂ ਕੋਈ ਵੀ ਕਨਫਰੰਟੇਸ਼ਨ ਨਹੀਂ ਚਾਹੁੰਦਾ ਐਡਮਿਨਿਸਟ੍ਰੇਸ਼ਨ ਨਾਲ। ਮੈਂ ਬੜੇ ਹੀ ਸੁਚੇਚੇ ਢੰਗ ਦੇ ਨਾਲ ਅੱਜ ਜੰਮੂ ਕਸ਼ਮੀਰ ਵਿਖੇ ਆਇਆ ਹਾਂ, ਸਿਰਫ ਸਿੱਖਾਂ ਨੂੰ ਨਹੀਂ ਬਲਕਿ ਸਾਰਿਆਂ ਨਾਲ ਮਿਲਣ ਆਇਆ, ਕਿਉਂਕਿ ਇੱਕ ਤੁਸੀਂ ਜਾਣਦੇ ਹੋ ਮੈਂਬਰ ਆਫ ਜਿਹੜਾ ਪਾਰਲੀਮੈਂਟ ਹੈ ਉਹ ਹਾਊਸ ਦਾ ਇੱਕ ਮੈਂਬਰ ਹੁੰਦਾ ਹੈ, ਉਹਦੇ ਤੌਰ ਤੇ ਮੈਂ ਸਾਰੀ ਹੀ ਆਵਾਮ ਨਾਲ ਮਿਲਣ ਆਇਆ। ਕੋਈ ਵੀ ਐਸੀ ਗੱਲ ਉਹਨਾਂ ਦੀ ਤਰਫ ਤੋਂ ਨਹੀਂ ਦਿੱਤੀ ਗਈ ਜਿਹਦੇ ਨਾਲ ਕਿ ਇੱਕ ਮਾਹੌਲ ਜਿਹੜਾ ਜੰਮੂ ਕਸ਼ਮੀਰ ਦਾ ਖਰਾਬ ਹੋ ਸਕੇ। ਸੁਚੇਚੇ ਢੰਗ ਦੇ ਨਾਲ ਐਡੀਸ਼ਨਲ DC ਨੂੰ ਪੁੱਛਿਆ ਗਿਆ ਕਿ ਕਿਉਂ ਉਹਨਾਂ ਨੂੰ ਰੋਕਿਆ ਗਿਆ, ਮੈਨੂੰ ਨੋਟਿਸ ਲਿਆ ਕੇ ਦਿੱਤਾ ਜਾਏ, ਅਤੇ ਐਡਮਿਨਿਸਟ੍ਰੇਸ਼ਨ ਨੇ 1 ਘੰਟੇ ਦਾ ਉਹਨਾਂ ਕੋਲੋਂ ਵਕਤ ਮੰਗਿਆ ਕਿ ਕਿਸ ਬਿਹਾਫ ਤੇ। ਦਿਮਾਗ ਦੇ ਵਿੱਚ ਸ਼ੰਕਾ ਹਰ ਇੱਕ ਜਿਹੜੇ ਨੁਮਾਇੰਦੇ ਉਹਨਾਂ ਦੇ ਦਿਮਾਗ ਦੇ ਵਿੱਚ ਆ ਰਹੀ ਹੈ, ਜਦ ਇੱਕ ਰਿਟਨ ਆਰਡਰ ਹੀ ਕਾਪੀ ਹੀ ਨਹੀਂ ਸੀ ਤੇ ਫਿਰ ਕਿਸ ਆਧਾਰ ਤੇ ਰੋਕਿਆ ਗਿਆ? ਪਹਿਲੇ ਆਰਡਰ ਕਾਪੀ ਜਿਹੜੀ ਐਡਮਿਨਿਸਟ੍ਰੇਸ਼ਨ ਨੂੰ ਆਉਂਦੀ ਹੈ ਉਸ ਬਿਹਾਫ ਤੇ ਰੋਕਿਆ ਜਾਂਦਾ ਹੈ। ਮੈਂ ਹੁਣ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਚਰਨਜੀਤ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਕਿ ਸਵੇਰੇ ਤੋਂ ਹੀ ਜਿੱਦਾਂ ਮੈਂ ਕਿਹਾ ਕਿ ਉਡੀਕ ਕਰ ਰਿਹਾ ਸਿੱਖ ਪਰਿਵਾਰ, ਸਿੱਖ ਸੰਗਤ ਜਿੰਨੀ ਵੀ ਜੰਮੂ ਕਸ਼ਮੀਰੀ ਵਸਦੀ ਹੈ, ਕੀ ਦੇਖਦੇ ਹੋ ਪ੍ਰਧਾਨ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਰਾਸਰ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਸੰਵਿਧਾਨ ਦੀਆਂ ਧੱਜੀਆਂ ਉੱਡ ਰਹੀਆਂ ਸਾਡੀ ਜੰਮੂ ਕਸ਼ਮੀਰ ਗਵਰਨਮੈਂਟ ਦੀਆਂ। ਜੇ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਕਿ ਸੰਵਿਧਾਨ ਦੀ ਸ਼ਪਥ ਲੈ ਕੇ ਜਿਹੜਾ ਕਿ ਪਬਲਿਕ ਦੀ ਆਪਣੀ ਨੁਮਾਇੰਦਗੀ ਕਰਦਾ, ਉਸ ਨੂੰ ਅਗਰ ਰੋਕਿਆ ਜਾ ਰਿਹਾ ਤੇ ਮੈਨੂੰ ਲੱਗਦਾ ਕਿ ਇਸ ਜੰਮੂ ਕਸ਼ਮੀਰ ਦੇ ਅੰਦਰ ਕੋਈ ਵੀ ਆਮ ਆਦਮੀ ਆਪਣੀ ਜਿਹੜੀ ਗੱਲ ਹੈ ਉਹ ਕਿਹੜੀ ਐਡਮਿਨਿਸਟ੍ਰੇਸ਼ਨ ਕੋਲ ਰੱਖੇਗਾ। ਮੈਨੂੰ ਕੋਈ ਕਾਰਨ ਦੱਸਣ। ਬਿਲਕੁਲ, ਮੈਂ ਤੁਹਾਨੂੰ ਇੱਕ ਚੀਜ਼ ਰੋਕਣਾ ਚਾਹਾਂਗਾ ਇੱਥੇ ਕਿ ਆਪਾਂ ਗੱਲਬਾਤ ਕੀਤੀ ਹੈ ਲਾਈਵ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰਾਂ ਨਾਲ। ਇੱਕ ਵੈਲਿਡ ਕੁਐਸਚਨ ਪੁੱਛਿਆ ਕਿ ਮੈਂਬਰ ਆਫ ਪਾਰਲੀਮੈਂਟ ਨੂੰ ਹੱਕ ਹੁੰਦਾ ਹੈ ਇੰਡੀਅਨ ਟੈਰੀਟਰੀ ਦੇ ਅੰਦਰ ਕਿਸੇ ਵੀ ਜਗ੍ਹਾ ਜਾ ਕੇ ਆਵਾਮ ਨਾਲ ਗੱਲਬਾਤ ਕਰ ਸਕਦਾ। ਇੱਕ ਆਰਡਰ ਕਾਪੀ ਤਾਂ ਹੋਏਗੀ ਨਾ ਐਡਮਿਨਿਸਟ੍ਰੇਸ਼ਨ ਦੇ ਕੋਲ, ਤੇ ਉਹਨਾਂ ਕੋਲ ਜਵਾਬ ਸੀ ਨਹੀਂ 1 ਘੰਟੇ ਦਾ ਟਾਈਮ ਦਿਓ। ਕੀ ਕਹਿਣਾ ਚਾਹੋਗੇ? ਉਹ ਘੰਟੇ ਦਾ ਜਿਹੜਾ ਟਾਈਮ ਲਿਆ ਇਹਨਾਂ ਨੇ, ਉੱਪਰ ਜਿਹੜੇ ਇਹਦੇ ਉੱਪਰ ਅਫਸਰ ਬੈਠੇ ਸਨ ਉਹਨਾਂ ਨਾਲ ਇਹਨਾਂ ਗੱਲ ਕਰਨੀ ਆ ਤੇ ਆਰਡਰ ਬਣਾ ਕੇ ਲੈਣਾ। ਇੱਥੇ ਪੁੱਛਦਾ ਹੀ ਕੋਈ ਨਹੀਂ ਹੈ। ਜੰਮੂ ਕਸ਼ਮੀਰ ਦੇ ਅੰਦਰ ਇਹ ਜਿਹੜੀ 370 ਜਿਹੜੀ ਢਾਈ ਹੈ, ਜਿਹੜੀ ਲੋਕਾਂ ਦਾ ਜਿਹੜਾ ਲੋਕ ਰਾਜ ਸੀ ਉਸ ਨੂੰ ਖਤਮ ਕਰਕੇ ਅਫਸਰਸ਼ਾਹੀ ਜਿਹੜੀ ਚੱਲ ਰਹੀ ਹੈ, ਅੱਜ ਅਫਸਰਸ਼ਾਹੀ ਦੇ ਵਿੱਚ ਪਬਲਿਕ ਦੀ ਕੋਈ ਸੁਣਦਾ ਨਹੀਂ ਹੈ। ਸਾਡੇ ਲੋਕਾਂ ਦੇ ਹੱਕ ਮਾਰੇ ਜਾ ਰਹੇ ਨੇ, ਲੇਕਿਨ ਇਹਨਾਂ ਲੋਕਾਂ ਨੇ ਧਰਮ ਦਾ ਟੀਕਾ ਲਾ ਕੇ ਸਾਡੀ ਜਿਹੜੀ ਜੰਮੂ ਕਸ਼ਮੀਰ ਦੀ ਜਨਤਾ ਉਹਨੂੰ ਬੇਵਕੂਫ ਬਣਾਇਆ ਦਾ। ਲੇਕਿਨ ਇਹਨਾਂ ਲੋਕਾਂ ਨੂੰ ਸਮਝ ਆਣੀ ਚਾਹੀਦੀ ਹੈ ਕਿ ਅੱਜ 25 ਲੱਖ ਵੋਟਰ ਜਿਹੜਾ ਹੈ ਬਾਹਰੋਂ ਬਣਾ ਕੇ ਦੇ ਇਸ ਸਾਡੇ ਹਿੰਦੁਸਤਾਨ ਦਾ ਜਿਹੜਾ ਇਸ ਸਾਡੇ ਯੂਟੀ ਦਾ ਜੰਮੂ ਕਸ਼ਮੀਰ ਦਾ ਅੱਜ ਉਹਨਾਂ ਨੇ ਸਾਰਾ ਸਿਸਟਮ ਚੇਂਜ ਕਰਨਾ ਚਾਹੁੰਦੇ ਹਨ। ਸਾਡੇ ਲੋਕਾਂ ਦੇ ਹੱਕ ਖੋਏ ਜਾ ਰਹੇ ਹਨ, ਲੇਕਿਨ ਸਾਡੇ ਲੋਕਾਂ ਨੂੰ ਅੱਜ ਸਮਝ ਨਹੀਂ ਹੈ। ਅਗਰ ਸਿਮਰਨਜੀਤ ਸਿੰਘ ਮਾਨ ਅਗਰ ਆਇਆ ਤੇ ਮੈਂ ਐਜ਼ ਏ ਮੈਂਬਰ ਪਾਰਲੀਮੈਂਟ ਅਸੀਂ ਉਹਨਾਂ ਨੂੰ ਮਿਲ ਰਹੇ ਹਾਂ, ਕਿਉਂਕਿ ਅਸੀਂ ਲੋਕ ਇੱਥੇ ਮਿਨੋਰਟੀ ਦੇ ਵਿੱਚ ਹਾਂ ਜੰਮੂ ਕਸ਼ਮੀਰ ਦੇ ਅੰਦਰ। ਸਾਡੀ ਕਿਤੇ ਸੁਣਵਾਈ ਨਹੀਂ ਹੈ। ਸਾਡਾ ਦਿਲ ਕਰਦਾ ਸੀ ਕਿ ਅਸੀਂ
ਇੱਕ ਮੈਮੋਰੈਂਡਮ ਦੇ ਤੌਰ ਤੇ ਮਾਨ ਸਾਹਿਬ ਨੂੰ ਇੱਕ ਮੈਮੋਰੈਂਡਮ ਦੇਾਂਗੇ, ਜਿਹੜੀਆਂ ਜਾਇਜ਼ ਜਿਹੜੀਆਂ ਮੰਗਣ ਉਹੀ ਪਲੈਨਿੰਗ ਜਿਹੜੀ ਆ ਅੱਜ ਕਠੂਏ ਦੇ ਵਿੱਚ ਹੋਈ, ਉਹੀ ਆ ਸਾਂਬੇ ਦੇ ਅੰਦਰ ਹੋਈ, ਉਹੀ ਆ ਜੰਮੂ ਦੇ ਅੰਦਰ, ਪੁੰਛ, ਰਜੌਰੀ, ਅੱਜ ਪੂਰੇ ਇਲਾਕਿਆਂ ਦੇ ਅੰਦਰ ਅੱਜ ਇੱਕ ਪਲਾਨ ਸੀ ਕਿ ਇੱਕੋ ਇੱਕ ਆਵਾਜ਼ ਆ ਜਿਹੜੀ ਸਿਮਰਨਜੀਤ ਸਿੰਘ ਮਾਨ ਜਿਹੜਾ ਕਿ ਸੰਸਦ ਦੇ ਅੰਦਰ ਬੋਲਣੇ ਵਾਲਾ, ਜਿਨ੍ਹਾਂ ਨੇ ਸਾਡੇ ਲੈਫਟੀਨੈਂਟ ਗਵਰਨਰ ਨਾਲ ਵੀ ਜਿਹੜਾ ਕਿ ਟਾਈਮ ਜਿਹੜਾ ਫਿਕਸ ਹੋਏਦਾ ਸੀ ਉਹਨਾਂ ਨਾਲ ਗੱਲਬਾਤ ਕਰਨ ਦਾ। ਅਸੀਂ ਚਾਹੁੰਦੇ ਸੀ ਕਿ ਇਹਨਾਂ ਦੇ ਜ਼ਰੀਏ ਸਾਡੀਆਂ ਜਿਹੜੀਆਂ ਮੰਗਣ ਉਹ ਉੱਥੇ ਤੱਕ ਪਹੁੰਚਦੀਆਂ, ਲੇਕਿਨ ਬਦਕਿਸਮਤੀ ਦੀ ਗੱਲ ਹੈ ਕਿ ਅੱਜ ਸਾਡੀ ਜਿਹੜੀ ਆਵਾਜ਼ ਹੈ ਉਸ ਨੂੰ ਦਬਾਇਆ ਜਾ ਰਿਹਾ। ਅੱਜ ਸਾਨੂੰ ਮਹਿਸੂਸ ਕੀਤਾ ਜਾ ਰਿਹਾ ਕਿ ਹਿੰਦੁਸਤਾਨ ਦੇ ਅੰਦਰ ਅਸੀਂ ਗੁਲਾਮ ਹਾਂ, ਅਸੀਂ ਗੁਲਾਮ ਲੋਕ ਹਾਂ, ਕਿਉਂਕਿ ਅੱਜ ਭਾਰਤ ਵਰਸ਼ ਦੇ ਅੰਦਰ ਅੱਜ ਜਿੱਥੇ ਵੀ ਤੁਸੀਂ ਅਗਰ ਗੱਲ ਕਰੋ, ਅਗਰ ਹਿੰਦੁਸਤਾਨ ਦੇ ਅੰਦਰ ਜਦੋਂ ਵੀ ਕਦੀ ਆਫਤ ਆਈ ਸਿੱਖ ਧਰਮ ਨੇ ਵੱਧ ਚੜ ਕੇ ਹਿੱਸਾ ਲਿਆ, ਚਾਹੇ ਕਿਤੇ ਮੁਲਕ ਦੇ ਅੰਦਰ ਕਿਤੇ ਬਾੜ ਆਈ, ਚਾਹੇ ਸਾਡੇ ਅੰਦਰ ਇੱਥੇ ਜਦੋਂ ਕਰੋਨਾ ਵਾਇਰਸ ਆਇਆ, ਚਾਹੇ ਦੇਸ਼ ਦੇ ਅੰਦਰ ਕਿਧਰੇ ਵੀ, ਚਾਹੇ ਬਾਰਡਰਾਂ ਤੇ ਲੜਨ ਦੀ ਗੱਲ ਆਈ ਤੇ ਖਾਲਸੇ ਨੇ ਵੱਧ ਕੋਲੋਂ ਵੱਧ ਜਾ ਕੇ ਕੁਰਬਾਨੀਆਂ ਦਿੱਤੀਆਂ ਔਰ ਖਾਲਸਾ ਡਟ ਕੇ ਮੁਕਾਬਲਾ ਕਰਦਾ ਰਿਹਾ। ਲੇਕਿਨ ਅੱਜ ਬਦਕਿਸਮਤੀ ਦੀ ਗੱਲ ਹੈ ਕਿ ਅੱਜ ਇੱਕ ਮੈਂਬਰ ਪਾਰਲੀਮੈਂਟ ਨੂੰ ਇਸ ਹਿੰਦੁਸਤਾਨ ਦੀ ਜਿਹੜੀ ਜੰਮੂ ਕਸ਼ਮੀਰ ਦਾ ਮੇਨ ਦੁਆਰ ਹੈ ਅੱਜ ਇੱਥੇ ਰੋਕ ਕੇ ਇਹ ਹਿੰਦੁਸਤਾਨ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਲੇਕਿਨ ਅਸੀਂ ਜੇ ਅਗਰ ਮੈਂਬਰ ਪਾਰਲੀਮੈਂਟ ਸੇਫ ਨਹੀਂ ਹੈ ਤੇ ਫਿਰ ਅਸੀਂ ਆਮ ਆਦਮੀ ਜਿਹੜਾ ਇਸ ਗਵਰਨਮੈਂਟ ਕੋਲੋਂ ਅਸੀਂ ਕੀ ਤਵੱਕੋ ਰੱਖ ਸਕਦੇ ਹਾਂ। ਬਿਲਕੁਲ ਬੇहद ਰੋਸ਼ ਜਿਹੜਾ ਤੁਸੀਂ ਇਸ ਵਕਤ ਪੂਰੀ ਹੀ ਡਿਸਟ੍ਰਿਕਟ ਕਮੇਟੀ ਜੇਕਰ ਮੈਂ ਗੱਲ ਕਰਾਂ ਇਸ ਟਾਈਮ ਪੁੱਜੀ ਹੋਈ ਸੀ, ਸਵੇਰੇ ਤੋਂ ਹੀ ਬੇहद ਉਡੀਕ ਸੀ ਕਿ ਹਰ ਇੱਕ ਪਰਸਨ ਨੂੰ ਕਿ ਅੱਜ ਉਹਨਾਂ ਨਾਲ ਮੁਲਾਕਾਤ ਕਰਨੀ ਹੈ। ਉਹ ਸਪੈਸ਼ਲ ਤੌਰ ਤੇ ਇੱਕ ਮੈਮੋਰੈਂਡਮ ਜਿਹੜਾ ਹੈ ਉਹ ਸਬਮਿਟ ਕਰਨਾ, ਤਾਂ ਕਿ ਕਿਹਾ ਜਾ ਰਿਹਾ ਸੀ ਕਿ 3 ਦਿਨ ਦੇ ਦੌਰੇ ਤੋਂ ਬਾਅਦ ਲੈਫਟੀਨੈਂਟ ਗਵਰਨਰ ਸਾਹਿਬ ਨਾਲ ਵੀ ਮੁਲਾਕਾਤ ਹੋਣੀ ਸੀ ਔਰ ਆਪਣਾ ਮੈਮੋਰੈਂਡਮ ਜਿਹੜਾ ਉਹਨਾਂ ਨੂੰ ਸਬਮਿਟ ਕਰਨਾ ਸੀ। ਬੇहद ਰੋਸ਼ ਹੈ ਔਰ ਅਪਡੇਟ ਆਪਾਂ ਤੁਹਾਡੇ ਨੂੰ ਲਾਈਵ ਦਿੰਦੇ ਰਵਾਂਗੇ ਔਰ 1 ਘੰਟੇ ਦਾ ਉਹਨਾਂ ਨੇ ਟਾਈਮ ਮੰਗਿਆ ਕਿ ਰਿਟਨ ਨੋਟਿਸ ਤੁਹਾਡੇ ਤੱਕ ਆਪਾਂ ਪਹੁੰਚਾਵਾਂਗੇ ਔਰ ਕਿਸ ਬਿਹਾਫ ਤੇ ਤੁਹਾਨੂੰ ਰੋਕਿਆ ਗਿਆ। ਉਹ 10 ਮਿੰਟ ਕਹਿ ਰਹੇ ਸਰ, ਮੈਂ ਉਹਨਾਂ ਨੂੰ 1 ਘੰਟੇ ਦਾ ਟਾਈਮ ਦਿੱਤਾ। ਮੈਂ ਕਿਹਾ ਸਰ 10 ਮਿੰਟ ਦੀ ਗੱਲ ਛੱਡ ਦਿਓ, 8 ਟਾਈਮ ਦੇਖੋ ਤੁਹਾਡੀ ਗੱਡੀ ਤੇ ਕੀ ਹੈ, ਕਹਿੰਦੇ ਜੀ 8 ਵਜੇ ਨੇ। ਮੈਂ ਕਿਹਾ ਅਸੀਂ 9 ਵਜੇ ਤੱਕ ਵੇਟ ਕਰਾਂਗੇ। ਅਗਰ 9 ਵਜੇ ਤੱਕ ਤੁਸੀਂ ਸਾਨੂੰ ਕੋਈ ਰਿਟਰਨ ਆਰਡਰ ਨਹੀਂ ਦਿੱਤਾ, ਸਭ ਤੋਂ ਪਹਿਲਾਂ ਗੈਰੀਅਟ ਮੈਂ ਸਾਰਿਆਂ ਨੂੰ ਰੋਕਿਆ ਹੋਇਆ ਬਈ ਐਸਾ ਕੰਮ ਆਪਾਂ ਨੇ ਨਹੀਂ ਕਰਨਾ ਜਿੱਥੇ ਕੋਈ ਵੀ ਕਿਸੇ ਪ੍ਰੋਬਲਮ ਆਵੇ। ਫਿਰ ਸਭ ਤੋਂ ਪਹਿਲੇ ਵੈਰੀਗੇਟ ਜਿਹੜਾ ਹੈਗਾ ਉਹ ਅਸੀਂ ਹਟਾ ਦਿਆਂਗੇ। ਬਿਲਕੁਲ ਰਿਸਪੌਂਸਿਬਿਲਟੀ ਤੁਹਾਡੀ ਹੋਗੀ, ਸਾਡੀ ਕਿਉਂਕਿ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਤੁਹਾਨੂੰ ਹੱਕ ਹੈ, ਤੁਹਾਡੀ ਜਮਹੂਰੀਅਤ ਤੇ ਤੁਹਾਨੂੰ ਜਮਹੂਰੀਅਤ ਦਾ ਹੱਕ ਹੈ, ਤੁਹਾਨੂੰ ਕੁਐਸਚਨ ਰੱਖਣਾ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕਿਸ ਬਿਹਾਫ ਤੇ ਤੁਹਾਨੂੰ ਰੋਕਿਆ ਜਾ ਰਿਹਾ। ਤਹਿਸੀਲਦਾਰ ਸਾਹਿਬ ਨੂੰ ਮੈਂ ਕਿਹਾ ਸਰ ਤੁਸੀਂ ਰਿਟਰਨ ਦੇ ਦਿਓ ਸਾਨੂੰ। ਬਿਲਕੁਲ ਉਹੀ ਉਡੀਕ ਕੀਤਾ ਜਾ ਰਿਹਾ। ਨਹੀਂ ਤੁਸੀਂ ਰਿਟਰਨ ਨਹੀਂ, ਤਹਿਸੀਲਦਾਰ ਹੋ ਯਾਰ, ਉਹਦੇ ਕੀ ਛੋਟੀ ਪੋਸਟ ਨਹੀਂ ਹੈ। ਐਸਪੀ ਸਾਹਿਬ ਖੜੇ, ਮੈਂ ਕਿਹਾ ਕੋਈ ਵੀ ਰਿਟਰਨ ਦੇ ਦਿਓ, ਮੈਂ 1 ਮਿੰਟ ਤੋਂ ਪਹਿਲੇ ਉਹਨੂੰ ਅਸੀਂ ਚਲੇ ਜਾਾਂਗੇ, ਕੋਈ ਪ੍ਰੋਬਲਮ ਨਹੀਂ ਹੈ। ਬਿਲਕੁਲ ਬੇहद ਰੋਸ਼ ਜਿਹੜਾ ਤੁਸੀਂ ਸਾਨੂੰ ਰਿਟਰਨ ਵੀ ਦਿਓਗੇ, ਕੋਈ ਵੀ ਰੋਕ ਲਿਆ, ਉਹ ਮੈਨੂੰ ਸਮਝ ਨਹੀਂ ਆ ਰਹੀ ਮਾਨ ਸਾਹਿਬ ਕੋਲੋਂ ਇੰਨਾ ਡਰਦੇ ਕਿਉਂ ਨੇ, ਕਿਉਂ ਡਰ ਰਹੇ ਨੇ? ਮੈਂ ਪਹਿਲੇ ਹੀ ਲਾਈਵ ਕਰਨ ਤੋਂ ਪਹਿਲੇ ਆਖਿਆ ਕਿ ਕੋਈ ਵੀ ਪੁਲਿਸ ਫੋਰਸ ਜਿਹੜੀ ਅਮੂਮਨ ਇੱਕ ਮੈਂਬਰ ਆਫ ਪਾਰਲੀਮੈਂਟ ਨਾਲ ਹੁੰਦੀ, ਇਹਨਾਂ ਨਾਲ ਨਹੀਂ ਸੀ। ਇੱਕ ਸੁਚੇਤ ਤੌਰ ਤੇ ਜੰਮੂ ਅਗਰ ਤੁਹਾਨੂੰ ਕੋਈ ਪ੍ਰੋਬਲਮ ਕ੍ਰੀਏਟ ਆਈ ਹੈ ਤੁਸੀਂ ਗੋਲੀ ਮਾਰ ਦਿਓ ਮਾਨ ਸਾਹਿਬ ਨੂੰ, ਹੋਰ ਦੱਸੋ, ਗ੍ਰਿਫਤਾਰ ਕਰ ਲਓ, ਤੁਸੀਂ ਰੋਕ ਲਓ, ਅਸੀਂ ਕੋਈ ਪ੍ਰੋਟੈਸਟ ਨਹੀਂ ਕਰਾਂਗੇ। ਬਿਲਕੁਲ ਭਾਰੀ ਰੋਸ਼ ਜਿਹੜਾ ਇਸ ਵਕਤ ਦੇਖਣ ਨੂੰ ਮਿਲ ਰਿਹਾ ਹੈ। ਹੁਣ ਬਿਲਕੁਲ ਤਕਰਾਰ ਦੀ ਜਿਹੜੀ ਸਥਿਤੀ ਜਿਹੜੀ ਬਣੀ ਹੋਈ ਹੈ, ਬੜੀ ਜਿਹੜੀ ਇਸ ਟਾਈਮ ਦੇਖਣ ਨੂੰ ਮਿਲ ਰਹੀ ਹੈ ਰੋਸ਼ ਦੀ। ਜੰਮੂ ਲਖਨਪੁਰ ਕੋਰੀਡੋਰ ਦੇ ਉੱਤੇ ਅਲੱਗ-ਅਲੱਗ ਨੁਮਾਇੰਦੇ, ਚਾਹੇ ਉਹ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਏ ਜਾਂ ਤੇ ਫਿਰ ਸਰਦਾਰ ਨਰਿੰਦਰ ਸਿੰਘ ਜੀ ਜਿਹੜੇ ਕਿ ਪ੍ਰੈਜ਼ੀਡੈਂਟ ਹਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ, ਉਹਨਾਂ ਨਾਲ ਵੀ ਤੁਹਾਡੇ ਨਾਲ ਗੱਲਬਾਤ ਕਰਾਈ ਹੈ। ਲੋਕਲ ਜਿਹੜੇ ਸਿੱਖ ਸੰਗਤ ਆਈ ਹੋਈ ਹੈ, ਭਾਰੀ ਰੋਸ਼ ਵੇਖਣ ਨੂੰ ਮਿਲ ਰਿਹਾ ਔਰ ਸਾਰਿਆਂ ਦੀ ਜ਼ੁਬਾਨ ਦੇ ਉੱਤੇ ਇੱਕ ਹੀ ਸਵਾਲ ਹੈ, ਡੈਮੋਕ੍ਰੈਟਿਕ ਕੰਟਰੀ ਹੈ, ਕਿਸ ਆਧਾਰ ਤੇ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਕੋਰੀਡੋਰ ਤੇ ਅੰਦਰ ਜਾਣ ਦੀ ਪਰਮਿਸ਼ਨਸ ਨਹੀਂ ਦਿੱਤੀ ਜਾ ਰਹੀਆਂ। ਸੰਗਤ ਵੇਟ ਕਰ ਰਹੀ ਹੈ ਉਸ ਪਲ ਦਾ ਜਦੋਂ ਕਿ ਇੱਕ ਰਿਟਨ ਲੈਟਰ ਆਏਗਾ ਕਿ ਕਿਸ ਅਥਾਰਟੀ ਦੇ ਬੇਸ ਦੇ ਉੱਪਰ ਇਹਨਾਂ ਨੂੰ ਰੋਕਿਆ ਗਿਆ। ਲਾਈਵ ਵੀਡੀਓਸ ਇਸ ਵਕਤ ਤੁਸੀਂ ਦੇਖ ਪਾ ਰਹੇ ਹੋ ਜੰਮੂ ਕਸ਼ਮੀਰ ਦੇ। ਲਾਈਵ ਵਿਜ਼ੂਅਲਸ ਲਖਨਪੁਰ ਕੋਰੀਡੋਰ ਜੰਮੂ ਕਸ਼ਮੀਰ ਦੇ ਐਂਟਰੈਂਸ ਦੇ ਉੱਪਰ ਜਿਹੜਾ ਕਿ ਪੰਜਾਬ ਔਰ ਜੰਮੂ ਕਸ਼ਮੀਰ ਨੂੰ ਅਲੱਗ ਕਰਦਾ ਹੈ। ਬਿਲਕੁਲ ਉੱਤੇ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਦੇ ਵੀ ਉਸ ਉਚੇਚੇ ਢੰਗ ਨਾਲ ਵਿਊਜ਼ ਸੁਣੇ ਹਨ ਕਿ ਉਹਨਾਂ ਨੇ ਕਿਹਾ ਹੈ ਕਿ ਕਿਸ ਆਧਾਰ ਤੇ ਰੋਕਿਆ ਜਾ ਰਿਹਾ ਹੈ ਔਰ ਪ੍ਰੋਟੈਸਟ ਜਿਹੜਾ ਉਹ ਸਟਾਰਟ ਹੋ ਚੁੱਕਿਆ ਥੱਲੇ, ਕਿਉਂਕਿ ਐਡਮਿਨਿਸਟ੍ਰੇਸ਼ਨ ਕੋਲ ਕੋਈ ਵੀ ਜਵਾਬ ਨਹੀਂ ਹੈ, ਕੋਈ ਵੀ ਕਨਫਰੰਟੇਸ਼ਨ ਦੀ ਨਹੀਂ ਕੀਤੀ ਗਈ ਹੈ ਸੰਗਤ ਦੇ ਵੱਲੋਂ ਜਾਂ ਸਿੱਖ ਨੁਮਾਇੰਦੇ ਦੇ ਵੱਲੋਂ, ਕਿਉਂਕਿ ਉਹ ਇੱਕ ਹੀ ਡਿਮਾਂਡ ਕਰ ਰਹੇ ਨੇ ਕਿ ਆਪਾਂ ਸਵੇਰ ਤੋਂ ਵੇਟ ਕਰ ਰਹੇ ਹਾਂ, ਕਿਸ ਬਿਹਾਫ ਤੇ ਕੋਈ ਨੋਟਿਸ ਨਹੀਂ ਦਿੱਤਾ ਗਿਆ, ਸਿੱਧਾ ਹੀ ਉਹਨਾਂ ਨੂੰ ਆਉਣ ਤੋਂ ਜਿਹੜਾ ਰੋਕ ਦਿੱਤਾ ਗਿਆ। ਬੰਦ ਕਰੋ, ਬੰਦ ਕਰੋ, ਬੰਦ ਕਰੋ। ਮੋਦੀ ਹੁਕਮ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਮੋਦੀ
ਪੁਲਿਸ ਵੀ ਦੇਖ ਰਹੇ ਹੋ ਇਸ ਵਕਤ ਲਾਈਵ ਵਿਜ਼ੂਅਲਸ ਕਿ ਕਿੱਦਾਂ ਬੈਰੀਕੇਡਿੰਗ ਕਰਕੇ ਕੋਈ ਵੀ ਕਨਫਰੰਟੇਸ਼ਨ ਦੀ ਜਿਹੜੀ ਨਹੀਂ ਚੱਲ ਰਹੀ ਹੈ ਹਲੇ, ਕਿਉਂਕਿ ਹਰ ਇੱਕ ਦੇ ਜ਼ਿਹਨ ਦੇ ਵਿੱਚ ਇੱਕੋ ਸਵਾਲ ਹੈ ਕਿ ਆਪਾਂ ਲੜਾਈ ਜਾਂ ਬਹਿਸ ਜਾਂ ਮਾਹੌਲ ਖਰਾਬ ਨਹੀਂ ਕਰਨਾ, ਬਸ ਇੱਕ ਰਿਟਨ ਲੈਟਰ ਦੱਸ ਦਿੱਤਾ ਜਾਏ ਕਿਸ ਬਿਹਾਫ ਤੇ ਤੁਹਾਨੂੰ ਰੋਕਿਆ ਜਾ ਰਿਹਾ ਹੈ। ਉਹੀ ਹੁਣ ਸਾਰੇ ਉਸ ਚੀਜ਼ ਦੀ ਉਡੀਕ ਕਰ ਰਹੇ ਨੇ ਪਲ ਜਦੋਂ ਕਿ ਇੱਕ ਐਡਮਿਨਿਸਟ੍ਰੇਟਿਵ ਆਫੀਸਰ ਜਾਂ ਫਿਰ ADC ਇੱਥੇ ਮੌਜੂਦ ਨੇ, ਤਹਿਸੀਲਦਾਰ ਇੱਥੇ ਮੌਜੂਦ ਨੇ, ਅਗਰ ਮੈਂ ਗੱਲ ਕਰਾਂ ਪੁਲਿਸ ਫੋਰਸ ਦੇ ਸਾਰੇ ਆਲਾ ਅਧਿਕਾਰੀ ਇੱਥੇ ਮੌਜੂਦ ਨੇ, ਕਿਉਂਕਿ ਮੈਂਬਰ ਆਫ ਪਾਰਲੀਮੈਂਟ ਨੇ ਅੱਗੇ ਤੁਸੀਂ ਸਮਝ ਹੀ ਸਕਦੇ ਹੋ ਇੱਕ ਹਾਊਸ ਦਾ ਮੈਂਬਰ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਸਕਦਾ, ਆਵਾਮ ਨਾਲ ਗੱਲ ਕਰ ਸਕਦਾ, ਲੇਕਿਨ ਇੱਕ ਮਾਈਨੋਰਿਟੀ ਹੋਣ ਦੇ ਬਾਵਜੂਦ ਵੀ ਸਿੱਖ ਆਵਾਮ ਨੂੰ ਉਮੀਦ ਸੀ ਕਿ ਇਹਨਾਂ ਨਾਲ ਮਿਲਿਆ ਜਾਏ, ਆਪਣਾ ਮੈਮੋਰੈਂਡਮ ਸਬਮਿਟ ਕੀਤਾ ਜਾਏ, ਜਿਹੜਾ ਕਿ ਕਾਫੀ ਦੇਰ ਤੋਂ ਸਾਰੇ ਹੀ ਨੁਮਾਇੰਦਿਆਂ ਵੱਲੋਂ ਅਲੱਗ-ਅਲੱਗ ਪੋਸਟ ਵਾਲੇ ਜਿਹੜੇ ਸਾਡੇ ਆਫੀਸਰਸ ਨੇ ਉਹਨਾਂ ਨੂੰ ਦਿੱਤਾ ਗਿਆ, ਬਟ ਕੋਈ ਵੀ ਉਸ ਚੀਜ਼ ਨੂੰ ਆਫੀਸ਼ੀਅਲੀ ਤੌਰ ਤੇ ਮੈਂ ਕਹਾਂ ਤੇ ਹੱਲ ਨਹੀਂ ਕੀਤਾ ਗਿਆ ਸੀ। ਇਸ ਲਈ ਵੀ ਇਹ ਜਿਹੜੀ ਮੁਲਾਕਾਤ ਸੀ ਉਹ ਅਹਿਮ ਸੀ। ਲਾਈਵ ਵੀਡੀਓ ਤੁਸੀਂ ਦੇਖ ਪਾ ਰਹੇ ਹੋ, ਸੜਕ ਦੇ ਉੱਤੇ ਹੀ ਜਿਹੜੇ ਬਜ਼ੁਰਗ ਹਨ ਉਹ ਸ਼ਾਂਤਮਈ ਤਰੀਕੇ ਦੇ ਨਾਲ ਪ੍ਰੋਟੈਸਟ ਕਰ ਰਹੇ ਹਨ ਔਰ ਉਸ ਉਡੀਕ ਕਰ ਰਹੇ ਹਨ ਉਸ ਚੀਜ਼ ਦੀ, ਉਸ ਆਰਡਰ ਕਾਪੀ ਦੀ ਜਿਹੜੀ ਕਿ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕਿਹਾ ਗਿਆ ਕਿ ਉਹ ਤੁਹਾਨੂੰ ਦਿੱਤੀ ਜਾਏਗੀ ਥੋੜੇ ਹੀ ਦੇਰ ਤੱਕ, ਫਿਰ ਉਸ ਤੋਂ ਬਾਅਦ ਹੀ ਅੱਗੇ ਦੀ ਜਿਹੜੀ ਪਿਕਚਰ ਜਿਹੜੀ ਹੈ ਉਹ ਕਲੀਅਰ ਹੋ ਪਾਏਗੀ। ਉਸ ਪਲ ਦਾ ਵੇਟ ਕੀਤਾ ਜਾ ਰਿਹਾ ਉਸ ਆਰਡਰ ਕਾਪੀ ਦਾ, ਔਰ ਇਹੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਪੁੱਛਿਆ ਜਾ ਰਿਹਾ ਕਿ ਡੈਮੋਕ੍ਰੈਟਿਕ ਰਾਈਟਸ ਹਨ, ਹਰ ਕਿਸੇ ਨੂੰ ਆਪਣੀ ਗੱਲ ਬੇਹੱਦ ਹੀ ਸੁਚੱਜੇ ਢੰਗ ਅਤੇ ਪਿਆਰ ਦੇ ਨਾਲ ਇੱਕ ਅਮਨ ਸ਼ਾਂਤੀ ਬਣਾਉਂਦੇ ਹੋਏ ਇਸ ਚੀਜ਼ ਨੂੰ ਮੈਸੇਜ ਰੱਖਿਆ ਜਾ ਰਿਹਾ ਕਿ ਕਿਸ ਬਿਹਾਫ ਤੇ ਇਹਨਾਂ ਨੂੰ ਰੋਕਿਆ ਗਿਆ। ਮੈਂਬਰ ਆਫ ਪਾਰਲੀਮੈਂਟ ਹੈਗੇ ਨੇ, ਇੱਕ ਨੋਟਿਸ ਵੈਲਿਡ ਹੋਣਾ ਚਾਹੀਦਾ ਸੀ ਕਿ ਆਉਣ ਤੋਂ ਪਹਿਲਾਂ ਉਹਨਾਂ ਨੂੰ ਇਸ ਵਕਤ ਸਾਰੇ ਹੀ ਜੰਮੂ ਕਸ਼ਮੀਰ ਦੇ ਨੌਜਵਾਨ ਬਜ਼ੁਰਗ ਭੈਣਾਂ ਜਿਹੜੇ ਕਿ ਮਾਨ ਸਾਹਿਬ ਦੀ ਝਲਕ ਦੇ ਲਈ ਵੇਟ ਕਰ ਰਹੇ ਸਨ, ਉਹ ਇਸ ਟਾਈਮ ਲਾਈਵ ਦੇਖ ਪਾ ਰਹੇ ਹਨ। ਔਰ ਇਹ ਗੱਲ ਮੈਂ ਜ਼ਰੂਰ ਤੌਰ ਤੇ ਕਹਿਣਾ ਚਾਹਾਂਗਾ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਜਿਨ੍ਹਾਂ ਨੇ ਆਪਣੇ ਵਰਡਿੰਗਸ ਦੇ ਵਿੱਚ ਵੀ ਇਹ ਚੀਜ਼ ਕਹੀ ਹੈ ਕਿ ਮੈਂ ਤਾਂ ਬਿਲਕੁਲ ਕੋਈ ਵੀ ਐਸਾ ਮਾਹੌਲ ਖਰਾਬ ਕਰਨ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਪਹਿਲੀ ਗੱਲ ਹੀ ਪੁੱਛ ਰਿਹਾ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਇੱਕ ਵੈਲਿਡ ਨੋਟਿਸ ਦਿੱਤਾ ਜਾਂਦਾ ਹੈ ਕਿ ਕਿਸ ਬਿਹਾਫ ਤੇ ਰੋਕਿਆ ਜਾ ਰਿਹਾ। ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਜਿਹੜੇ ਵੀ ਨੌਜਵਾਨ ਵੀਰ ਅਤੇ ਬਜ਼ੁਰਗ ਲਾਈਵਸ ਦੇਖ ਰਹੇ ਹੋਣ ਜਾਂ ਉਹਨਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਹੈ, ਕਿਉਂਕਿ ਐਸਾ ਕੋਈ ਵੀ ਕੰਮ ਨਹੀਂ ਕਰਨਾ ਹੈ ਕਿ ਗਵਰਨਮੈਂਟ ਨੂੰ ਜਾਂ ਕਿਸੇ ਵੀ ਐਡਮਿਨਿਸਟ੍ਰੇਟਿਵ ਪੋਸਟ ਨੂੰ ਕੋਈ ਗੱਲ ਮਿਲੇ ਕਿ ਉਹਨਾਂ ਨੂੰ ਕਿਸ ਬਿਹਾਫ ਤੇ ਅੰਦਰ ਨਹੀਂ ਦਿੱਤਾ ਜਾਣਾ। ਦੇਖੋ ਇੱਕ ਆਪਸੀ ਸਾਂਝਵਾਲਤਾ ਦਾ ਉਪਦੇਸ਼ ਹੈ ਇਨ ਬਜ਼ੁਰਗਾਂ ਦੇ ਵੱਲੋਂ ਜਿਹੜੇ ਕਿ ਇਸ ਵਕਤ ਬੈਠੇ ਹੋਏ ਹਨ ਸੜਕ ਦੇ ਉੱਤੇ, ਕੋਈ ਵੀ ਐਸੀ ਗੱਲਬਾਤ ਨਹੀਂ ਕਰ ਰਹੇ ਜਿਹਦੇ ਨਾਲ ਇੱਕ ਐਸਾ ਮਾਹੌਲ ਆਪਸੀ ਸਾਂਝਵਾਲਤਾ ਦਾ ਖਰਾਬ ਹੋਏ, ਕਿਉਂਕਿ ਇਹ ਵੀ ਜਾਣਦੇ ਹਨ ਕਿਉਂਕਿ ਇੱਕ ਮਾਈਨੋਰਿਟੀ ਦੇ ਇੱਕ ਵਾਇਸ ਸੀ ਜਿਹੜੀ ਕਿ ਮੈਂਬਰ ਆਫ ਪਾਰਲੀਮੈਂਟ ਦੇ ਤੌਰ ਤੇ ਗੂੰਜਦੀ ਹੈ ਉਸ ਹਾਊਸ ਦੇ ਵਿੱਚ, ਉਸ ਤੌਰ ਦੇ ਉੱਤੇ ਆਪਾਂ ਉਹਨਾਂ ਨਾਲ ਆਪਣਾ ਮੈਮੋਰੈਂਡਮ ਸਬਮਿਟ ਕਰਨਾ ਸੀ, ਇੱਕ ਪੋਜ਼ਿਟਿਵ ਮੈਸੇਜ ਕ੍ਰੀਏਟ ਕਰਨਾ ਸੀ, ਕਿਉਂਕਿ ਆਪਾਂ ਅਲੱਗ-ਅਲੱਗ ਨੁਮਾਇੰਦਿਆਂ ਕੋਲ ਜਾ ਕੇ ਆਪਣੇ ਮੈਮੋਰੈਂਡਮ ਸਬਮਿਟ ਕੀਤੇ ਹਨ, ਲੇਕਿਨ ਉਸ ਦਾ ਕੋਈ ਵੀ ਅਗਰ ਮੈਂ ਗੱਲ ਕਰਾਂ ਤੇ ਹਲੀਕਾ ਨਹੀਂ ਨਿਕਲਿਆ ਸੀ, ਕੋਈ ਵੀ ਸੋਲੂਸ਼ਨ ਨਹੀਂ ਨਿਕਲਿਆ ਸੀ। ਬੇहद ਉਮੀਦ ਸੀ ਇਨ ਆਗੂਆਂ ਨੂੰ, ਇਨ ਬਜ਼ੁਰਗਾਂ ਨੂੰ ਕਿ ਆਉਣ ਵਾਲਾ ਭਵਿੱਖ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਮਾਈਨੋਰਿਟੀ ਦੇ ਵਿੱਚ ਸਿੱਖ ਹੈਗੇ ਨੇ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਮੈਂਬਰ ਆਫ ਪਾਰਲੀਮੈਂਟ ਦੇ ਤੌਰ ਦੇ ਵਿੱਚ ਹਾਊਸ ਦੇ ਵਿੱਚ ਗੂੰਜੇਗੀ, ਇੱਕ ਪੋਜ਼ਿਟਿਵ ਮੈਸੇਜ ਦੇ ਤੌਰ ਤੇ ਅੱਜ ਇਹ ਜਿਹੜੀ ਵਿਜ਼ਿਟ ਸੀ, ਕਿਉਂਕਿ ਕੋਈ ਵੀ ਪੁਲਿਸ ਫੋਰਸ ਕੋਈ ਵੀ ਜ਼ਿਆਦਾ ਮੈਂ ਕਹਾਂ ਤੇ ਉਹਨਾਂ ਦੇ ਨਾਲ ਨਹੀਂ ਆਏ ਸਨ, ਬਿਲਕੁਲ ਸ਼ਾਂਤ ਸੁਭਾਅ ਦੇ ਨਾਲ ਸਾਰਿਆਂ ਨੂੰ ਮਿਲਦੇ ਹੋਏ ਆ ਰਹੇ ਸਨ, ਲੇਕਿਨ ਕੋਰੀਡੋਰ ਦੇ ਉੱਪਰ ਉਹਨਾਂ ਨੂੰ ਰੋਕ ਦਿੱਤਾ ਗਿਆ।
ਉਹਨਾਂ ਵੱਲੋਂ ਵੀ ਇਹ ਮੈਸੇਜ ਦਿੱਤਾ ਗਿਆ ਹੈ ਕਿ ਕੋਈ ਵੀ ਐਸਾ ਕੰਮ ਨਹੀਂ ਕਰਨਾ ਜਿਹਦੇ ਨਾਲ ਐਡਮਿਨਿਸਟ੍ਰੇਸ਼ਨ ਨੂੰ ਇੱਕ ਮੌਕਾ ਮਿਲ ਜਾਏ ਕਹਿਣ ਦਾ ਕਿ ਇਸ ਤਰੀਕੇ ਨਾਲ ਤੁਹਾਨੂੰ ਨਹੀਂ ਅੱਗੇ ਭੇਜਿਆ ਗਿਆ। ਚਾਹੇ ਨੌਜਵਾਨ ਹੋਣ ਜਿਹੜੇ ਵੀਰ ਲਾਈਵ ਜੁੜੇ ਹੋਏ ਹਨ ਇਹ ਦੇਖਣ ਦੇ ਨਾਲ, ਉਹਨਾਂ ਨੇ ਬੋਲਿਆ ਕਿ ਇੱਕ ਵੈਲਿਡ ਤੁਹਾਨੂੰ ਦਿੱਤਾ ਜਾਏਗਾ ਨੋਟਿਸ, ਕਿਉਂ ਤੁਹਾਨੂੰ ਨਹੀਂ ਜਾਣ ਦਿੱਤਾ ਗਿਆ ਉਸੇ ਦੀ ਉਡੀਕ ਜਿਹੜੀ ਹੈ ਉਹ ਦਿੱਤੀ ਜਾਏਗੀ ਸਾਰੇ ਹੀ ਸਿੱਖ ਸੰਗਤ ਨੂੰ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਾਨਕ ਨਾਮ ਲੇਵਾ ਸੰਗਤ ਹੈਗੀ ਹੈ। ਉਹ ਆਪਾਂ ਸਭ ਤੋਂ ਪਹਿਲੇ ਇੱਕ ਬਾਣੀ ਚੈਨਲ ਦੇ ਉੱਤੇ ਹੀ ਸਾਂਝੀ ਕਰਾਂਗੇ ਸਾਰੇ ਹੀ ਸੰਗਤ ਨਾਲ ਜਿਹੜੇ ਇਸ ਟਾਈਮ ਲਾਈਵ ਦੇਖ ਰਹੇ ਹਨ ਜਾਂ ਜਿਨ੍ਹਾਂ ਤੱਕ ਇਹ ਵੀਡੀਓ ਪੁੱਜੇਗੀ ਆਪਾਂ ਉਹ ਨੋਟਿਸ ਵੀ ਤੁਹਾਡੇ ਤੱਕ ਪਹੁੰਚਾਵਾਂਗੇ, ਕਿਉਂਕਿ ਉਹ ਬੇਜ਼ਰੂਰੀ ਹੈ। ਕਿਉਂਕਿ ਜਿੰਨੇ ਵੀ ਸਾਡੇ ਵੀਰ ਜਾਂ ਨੌਜਵਾਨ ਬਜ਼ੁਰਗ ਜਿਹੜੇ ਇੱਥੇ ਬੈਠੇ ਹਨ ਉਹਨਾਂ ਦੀ ਇੱਕੋ ਡਿਮਾਂਡ ਹੈ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਹੈ। ਚਲੋ ਪਹਿਲੇ ਜਿਹੜੀ ਇਹਨਾਂ ਦੀ ਵਿਜ਼ਿਟ ਸੀ ਜੰਮੂ ਕਸ਼ਮੀਰ ਦੇ ਵਿੱਚ ਉਹ ਤੁਸੀਂ ਰੋਕ ਸਕਦੇ ਸੋ, ਕਿਉਂਕਿ ਉਸ ਵਕਤ ਇਹਨਾਂ ਦਾ ਅਹੁਦਾ ਜਿਹੜਾ ਸੀ ਉਹ ਇੱਕ ਸਿੱਖ ਨੁਮਾਇੰਦੇ ਦੇ ਵਜੋਂ ਸੀ, ਬਟ ਅੱਜ ਜਿਹੜਾ ਇਹਨਾਂ ਦਾ ਅਹੁਦਾ ਹੈ ਉਹ ਮੈਂਬਰ ਆਫ ਪਾਰਲੀਮੈਂਟ, ਉਹ ਤੁਸੀਂ ਜਾਣੂ ਹੋ ਲਾਅ ਐਂਡ ਆਰਡਰ ਦੇ ਹੱਕ ਦੇ ਤੌਰ ਤੇ ਕਿ ਉਹਨਾਂ ਨੂੰ ਕਿਸ ਬਿਹਾਫ ਤੇ ਰੋਕਣਾ ਚਾਹੀਦਾ ਹੈ ਤੇ ਕਿਸ ਬਿਹਾਫ ਤੇ ਨਹੀਂ। ਉਸੇ ਰਿਟਨ ਕਾਪੀ ਦੀ ਉਹ ਵੇਟ ਕਰ ਰਹੇ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ। ਕੋਈ ਵੀ ਕਨਫਰੰਟੇਸ਼ਨ ਪੁਲਿਸ ਦੇ ਨਾਲ ਨਹੀਂ ਹੋ ਰਹੀ ਹੈ, ਬਿਲਕੁਲ ਆਰਾਮ ਨਾਲ ਸ਼ਾਂਤ ਨਾਲ ਬੈਠੇ ਹੋਏ ਹਨ। ਔਰ ਆਖਰੀ ਜਿਹੜੀ ਕਾਲ ਹੈ ਉਹ ਐਡਮਿਨਿਸਟ੍ਰੇਸ਼ਨ ਦੇ ਨੂੰ ਛੱਡੀ ਹੋਈ ਹੈ ਕਿ ਤੁਸੀਂ ਦੱਸੋ ਸਾਨੂੰ ਕਿ ਕਿਸ ਬਿਹਾਫ ਤੇ ਰੋਕਿਆ ਜਾ ਰਿਹਾ ਹੈ। ਲਾਈਵ ਅਪਡੇਟ ਜਿਹੜੇ ਤੁਸੀਂ ਇਸ ਵਕਤ ਲਖਨਪੁਰ ਦੇਖ ਰਹੇ ਹੋ, ਔਰ ਜਿਹੜਾ ਮੈਸੇਜ ਉਹ ਸਾਂਝਾ ਕਿ ਕੋਈ ਵੀ ਐਸਾ ਵਤੀਰਾ ਜਾਂ ਕੰਮ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਐਡਮਿਨਿਸਟ੍ਰੇਸ਼ਨ ਨੂੰ ਕੋਈ ਮੌਕਾ ਮਿਲ ਜਾਏ ਕਿ ਕਿਸ ਬਿਹਾਫ ਤੇ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ, ਉਸ ਦਾ ਰੀਜ਼ਨ ਜਿਹੜਾ ਉਹ ਇਹ ਸੀ। ਹਲੇ ਵੀ ਤੁਸੀਂ ਦੇਖ ਰਹੇ ਹੋ ਸਿੱਖ ਨੁਮਾਇੰਦੇ ਗੱਲਬਾਤ ਜਾਰੀ ਹੈ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰਾਂ ਨਾਲ ਕਿ ਅੱਗੇ ਦੀ ਕੀ ਕਰਨਾ। ਹਾਲੇ ਤਾਂ ਸਾਰੇ ਵੇਟ ਹੀ ਕਰ ਰਹੇ ਨੇ ਉਸ ਨੋਟਿਸ ਦਾ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਜੋ ਦਿੱਤਾ ਜਾਣਾ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਰੋਕਿਆ ਗਿਆ ਹੈ। बेहद ही प्यार शांतमई तरीके दे नाल उन्हां तों चाह पूछी जा रही है एडमिनिस्ट्रेशन के वलों। एक पॉजिटिव सुनेहा मैं कहां क्योंकि एडमिनिस्ट्रेशन की भी ड्यूटी होंदी है रूल्स नूं फॉलो करना, लेकिन फिर भी दिल नूं झंझोड़ के रख देने वाली सारिਆਂ दी एक उम्मीदां होंदियां ने कि साडा एक माइनॉरिटी दा आगू जिहड़ा साडी गल एडमिनिस्ट्रेशन तक पहुंचाएगा, लेकिन उन्होंने दिल नूं ते ठेस पहुंचनी है। लेकिन शांतिमई तरीके दे नाल अपना रोष जाहिर कर रहे हैं सारी सिंह संगत या फिर सिमरनजीत सिंह जी मान हो गया, क्योंकि एक रिप्यूटेड पोस्ट हैगी है मैंबर ऑफ पार्लीमेंट की एडमिनिस्ट्रेशन के वलों कोई भी ऐसा हज तक काम नहीं किया गया कि जिहड़ा शर्मसार होना पे सारिਆਂ ਨੂੰ। हुण उस ऑर्डर की उड़ीक है किस बिहाफ से इन्हों रोकया गया है। जेकर मैं उन्होंने शख्सियत की गल करा तो एक IPS ऑफिसर रह चुके हैं, ਤਾਂ ਉਹਨਾਂ ਨੂੰ ਪਤਾ ਹੈ ਕਿ ਐਡਮਿਨਿਸਟ੍ਰੇਸ਼ਨ ਨੂੰ ਕਿੱਦਾਂ ਟਰੀਟ ਕਰਨਾ ਹੈ, ਕਿੱਦਾਂ ਪੋਜ਼ਿਟਿਵ ਮੈਸੇਜ ਦੇ ਨਾਲ ਗੱਲ ਰੱਖਣੀ ਹੈ। ਉਹਨਾਂ ਨੇ ਪੂਰਨ ਰੂਪ ਤੋਂ ਐਡੀਸ਼ਨਲ ਡੀਸੀ ਜਿਹੜੇ ਲੋਕਲ ਹੈਗੇ ਨੇ ਕਠੂਆ ਦੇ ਉਹਨਾਂ ਨਾਲ ਗੱਲਬਾਤ ਕਰਦੇ ਹੋ, ਉਹਨਾਂ ਤੋਂ ਜਵਾਬ ਮੰਗਿਆ। ਉਹਨਾਂ ਨੂੰ ਉਸ ਜਵਾਬ ਦੀ ਉਡੀਕ ਹੈ। ਦੇਖ ਸਕਦੇ ਹੋ ਤੁਸੀਂ ਲਾਈਵ ਵਿਜ਼ੂਅਲਸ ਜਿਹੜੇ ਕਿ ਇਸ ਵਕਤ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਬੜਾ ਹੀ ਪਿਆਰ ਭਰਿਆ ਸੁਨੇਹਾ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ। ਲੇਕਿਨ ਸਵਾਲ ਫਿਰ ਉੱਥੇ ਹੈ ਕਿਉਂ ਰੋਕਿਆ ਗਿਆ, ਉਹ ਅਜੇ ਤੱਕ ਕਲੀਅਰ ਨਹੀਂ ਹੋ ਪਾਇਆ। ਤਾਂ ਉਸੇ ਚੀਜ਼ ਦੇ ਉੱਪਰ ਹਜੇ ਤੱਕ ਉਹ ਗੱਡੀ ਜਿਹੜੀ ਹੈ ਉਹਨਾਂ ਦੀ ਤੁਸੀਂ ਵੇਖ ਸਕਦੇ ਹੋ ਇੱਕ ਮੈਂਬਰ ਆਫ ਪਾਰਲੀਮੈਂਟ
ਕਿੰਨਾ ਇਸ ਟਾਈਮ ਰਿਸਪੈਕਟ ਤੌਰ ਤੇ ਉਹਨਾਂ ਨੇ ਰੱਖਿਆ ਹੈਗਾ। ਕੋਈ ਵੀ ਪੁਲਿਸ ਫੋਰਸ ਨਾਲ ਨਹੀਂ ਹੈਗੀ ਜਾਂ ਕੋਈ ਵੀ ਐਸਾ ਇੰਸੀਡੈਂਟ ਨਹੀਂ ਹੋਇਆ ਜਿਹਦੇ ਨਾਲ ਸਾਰੀ ਜੰਮੂ ਕਸ਼ਮੀਰ ਦੀ ਸੰਗਤ ਨੂੰ ਜਾਂ ਜਿਹੜੇ ਵੀ ਧਰਮ ਨਾਲ ਜੁੜੇ ਹੋਏ ਹਨ ਉਹਨਾਂ ਨੂੰ ਐਸੀ ਗੱਲ ਹੋ ਸਕੇ ਕਿ ਜਿਹਦੇ ਨਾਲ ਸ਼ਰਮਸਾਰ ਹੋਣਾ ਪਏ। ਇੱਕ ਪੋਜ਼ਿਟਿਵ ਮੈਸੇਜ ਦੇ ਰਹੇ ਹਨ ਕਿ ਮੈਂ ਐਜ਼ ਅ ਮੈਂਬਰ ਆਫ ਪਾਰਲੀਮੈਂਟ ਜਾ ਸਕਦਾ, ਆਵਾਮ ਨੂੰ ਪੁੱਛ ਸਕਦਾ ਕਿ ਤੁਹਾਡੇ ਕੀ ਮੰਗਾਂ ਹੈਗੀਆਂ ਨੇ ਜਿਹੜੀ ਗੌਰਮੈਂਟ ਤੱਕ ਤੁਸੀਂ ਪਹੁੰਚਾਉਣੀਆਂ ਹਨ। ਖਾਸ ਤੌਰ ਤੇ ਅਗਰ ਮੈਂ ਸਿੱਖ ਕਮਿਊਨਿਟੀ ਦੀ ਗੱਲ ਕਰਾਂ ਜੰਮੂ ਕਸ਼ਮੀਰ ਤੋਂ, ਤਾਂ ਕਾਫੀ ਦੇਰ ਤੋਂ ਇੱਕ ਮੈਮੋਰੈਂਡਮ ਸਰਕੂਲੇਟ ਹੋ ਰਹੇ ਹੈਗੇ ਨੇ ਸਾਰੇ ਹੀ ਜਿਹੜੀ ਸੁਪਰੀਮ ਪੋਸਟ ਹੈਗੀਆਂ ਸਾਡੇ ਇੰਡੀਆ ਦੀਆਂ ਉਹਨਾਂ ਤੱਕ ਹੋ ਰਹੀਆਂ ਕਿ ਇਹ ਸਾਡੇ ਮੈਮੋਰੈਂਡਮਸ ਹੈਗੇ ਨੇ, ਇਹ ਸਾਡੇ ਪੁਆਇੰਟਸ ਹੈਗੇ ਨੇ, ਆਪਾਂ ਇਹਦੇ ਤੁਹਾਨੂੰ ਚਾਹੁੰਦੇ ਹਾਂ ਇਹਦੇ ਉੱਪਰ ਹੱਲ ਹੋਏ। ਲੇਕਿਨ ਉਹ ਚੀਜ਼ ਅੱਜ ਜਦੋਂ ਇੱਕ ਵੌਇਸ ਜਿਹੜੀ ਮੈਂਬਰ ਆਫ ਪਾਰਲੀਮੈਂਟ ਦੇ ਤੌਰ ਤੇ ਹਾਊਸ ਦੇ ਵਿੱਚ ਗੂੰਜਦੀ ਹੈ, ਉਮੀਦ ਸੀ ਲੋਕਾਂ ਨੂੰ ਕਿ ਮੈਮੋਰੈਂਡਮ ਦੇਵਾਂਗੇ ਤਾਂ ਕਿ ਆਖਰੀ ਜਿਹੜੀ ਮੁਲਾਕਾਤ ਉਹ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਜੀ ਨਾਲ ਹੋਣੀ ਸੀ ਤੇ ਉਹ ਮੈਮੋਰੈਂਡਮ ਦੇ ਤੌਰ ਤੇ ਜਦੋਂ ਇਹ ਆਪਣੀ ਗੱਲ ਰੱਖਦੇ ਤਾਂ ਫਿਰ ਉਹਦੀ ਗੱਲ ਦਾ ਜਿਹੜਾ ਵਜ਼ਨ ਹੈ ਉਹ ਪੂਰੀ ਸਿੱਖ ਕੌਮ ਦਾ ਸੀ ਤੇ ਉਹ ਕੀ ਇੰਪੈਕਟ ਪਾ ਸਕਦਾ ਉਹ ਤੁਸੀਂ ਆਪ ਵੀ ਸੋਚ ਸਕਦੇ ਹੋ। ਹਰ ਕਿਸੇ ਨੂੰ ਬੋਲਣ ਦਾ ਅਧਿਕਾਰ ਹੈ, ਜਿਹੜੀ ਗੱਲ ਇਹਨਾਂ ਨੇ ਕਹੀ ਹੈ ਜੰਮੂ ਕਸ਼ਮੀਰ ਹੈ ਬਿਲਕੁਲ ਸੱਚ ਕਹੀ ਹੈ। ਇੱਕ ਪੋਜ਼ਿਟਿਵ ਮੈਸੇਜ ਦੇ ਤੌਰ ਤੇ ਤੁਸੀਂ ਵੇਖ ਸਕਦੇ ਹੋ ਪੁਲਿਸ ਫੋਰਸ ਲੱਗੀ ਹੋਈ ਹੈ, ਇੱਕ ਹੁਕਮ ਦੀ ਪਾਲਣਾ ਕਰ ਰਹੀ ਹੈ। ਜਿਹੜੇ ਵੀ ਇਹਨਾਂ ਨੂੰ ਰੂਲਸ ਆਏ ਹੋਣੇ ਜਾਂ ਨੋਟਿਸ ਆਇਆ ਹੋਣਾ ਉਸ ਦੀ ਉਡੀਕ ਪਿਛਲੇ 45 ਮਿੰਟ ਤੋਂ ਚੱਲ ਰਹੀ ਹੈਗੀ ਔਰ ਉਹਨਾਂ ਨੇ ਕਿਹਾ ਕਿ 1 ਘੰਟੇ ਤੱਕ ਉਹ ਨੋਟਿਸ ਤੁਹਾਨੂੰ ਦੇ ਦਿੱਤਾ ਜਾਏਗਾ। ਉਹ ਹਿੱਸੇ ਦੀ ਉਡੀਕ ਜਿਹੜੇ ਸਿਮਰਨਜੀਤ ਸਿੰਘ ਜੀ ਮਾਨ ਕਰ ਰਹੇ ਹਨ ਬੜੇ ਹੀ ਪਿਆਰੇ ਔਰ ਸੁਚੱਜੇ ਢੰਗ ਦੇ ਨਾਲ। ਉਹਨਾਂ ਨੂੰ ਰੋਕਤਾ ਗਿਆ, ਜੰਮੂ ਕਸ਼ਮੀਰ ਨੂੰ ਰੋਕਤਾ ਗਿਆ। मैं करना कोई गल नहीं, कोई गल अच्छा सॉरी मेरी रिक्वेस्ट है ਤੁਸੀਂ ਰਿਟਨ ਆਰਡਰ ਵਗੈਰਾ ਜੋ ਡੀਸੀ ਸਾਹਿਬ ਆ ਗਏ ਨੂੰ ਹੁੰਦਾ ਫੇਰ ਤੋਂ ਵੀ ਡਿਲੇ ਬਜ਼ੁਰਗ ਆ ਗਏ ਕੈਂਪੀ ਇਤਨੀ ਇਨਸਾਨੀਅਤ ਹੈ ਸਾਡੇ ਵੀ ਬਜ਼ੁਰਗ ਮੈਂ ਸਾਨੂੰ ਬੜਾ ਪਾਈ ਨਾ ਵੀ ਆਰ ਦੱਸਣ ਵਾਸਤੇ ਜੰਮੂ ਦੇ ਵਿੱਚ ਬੈਠੀਆਂ ਸੀ ਉਹ ਉਹਨਾਂ ਦੇ ਮਾਨ ਸਾਹਿਬ ਦਾ ਵੇਟ ਕਰ ਰਿਹਾ ਮਾਨ ਸਾਹਿਬ ਨੂੰ ਜਿਹੜਾ ਕਾਰਵਾਈ ਦੇ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਹੈ। ਇਹ ਕਲੀਅਰ ਕਰੇ ਗੌਰਮੈਂਟ ਕਿਆ ਜਿਹੜਾ ਜੰਮੂ ਕਸ਼ਮੀਰ ਹੈ ਭਾਰਤ ਦੇ ਜਿਹੜਾ ਹਿੱਸਾ ਨਹੀਂ ਹੈ ਜਾਂ ਭਾਰਤ ਦੇ ਆਪਣਾ ਸਟੇਟ ਨਹੀਂ ਹੈ ਜਾਂ ਇੱਕ ਨਾਗਰਿਕ ਸਟੇਟ ਦੇ ਨਹੀਂ ਜਾਂਦਾ ਐਮਪੀ ਜਿਹੜਾ ਅਗਰ आयो हेलो हाँ जी गुड इवनिंग। अच्छा वो ना मान साहब को इतने रोक दिता गया ਅਸੀਂ ਇੱਥੇ ਲਖਨਪੁਰ ਖੜੇ ਆ ਕਿ ਉਹ ਮਾਨ ਸਾਹਿਬ ਰਿਕੁਐਸਟ ਕਰ ਰਹੇ ਜਿਹੜੇ ਉਹਨਾਂ ਦੇ ਹਾਜੀ ਹੱਕ ਬੰਦੇ ਸੀ ਉਹ ਵੀ ਉਹਨਾਂ ਨੂੰ ਅਨੰਦ ਮੈਰਿਜ ਐਕਟ ਕੀਤਾ ਗਿਆ ਬੰਦਾ ਸਿੰਘ ਬਹਾਦਰ ਜੀ ਦਾ ਸਟੈਚੂ ਲੱਗਣਾ ਸੀ ਗੁਰਦਾਨੀ ਚੌਕ ਦੇ ਵਿੱਚ ਉਹ ਨਹੀਂ ਲਗਾਇਆ ਗਿਆ। ਅਲਬੱਤਾ ਸਾਡੀ ਪੰਜਾਬੀ ਜਿਹੜੀ ਸੀ ਮਾਂ ਬੋਲੀ ਸੀ ਸਾਡੇ ਤੋਂ ਉਹ ਬੋਲੀ ਗਈ। ਫਿਰ PSC ਦੇ ਵਿੱਚ ਜਿਹੜਾ ਮੈਂਬਰ ਸੀ ਸਾਡਾ ਉਹ ਇਹਨਾਂ ਨੇ ਲੈ ਲਿਆ। ਸਾਡੇ ਨਾਲ ਦਿੱਤਾ ਕੀ ਸਾਨੂੰ ਉਲਟਾ ਸਾਡੇ ਕੋਲ ਜੋ ਹੈ ਸੀ ਉਹ ਵੀ ਵਾਪਸ ਲੈ ਕੇ ਜਾ ਰਹੇ ਨੇ। ਫਿਰ ਕਿਧਰੋਂ ਇਹ ਕਹਿੰਦੇ ਨੇ ਸਬਕਾ ਸਾਥ ਸਬਕਾ ਵਿਕਾਸ ਹੈ, ਕਿੱਥੇ ਹੈ ਇਹਨਾਂ ਸਬਕਾ ਸਾਥ ਸਬਕਾ ਵਿਕਾਸ। ਤੁਸੀਂ ਲਾਈਵ ਵਿਜ਼ੂਅਲਸ ਇਸ ਵਕਤ
ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰਾਂ ਨਾਲ ਵੇਖੇ ਹਨ। ਉਹਨਾਂ ਦੇ ਕਿ ਸ਼ਾਂਤ ਤਰੀਕੇ ਨਾਲ ਇਸ ਵਕਤ ਉਹ ਬੈਠੇ ਹੋਏ ਹਨ ਔਰ ਉਡੀਕ ਕਰਨ ਉਸ ਨੋਟਿਸ ਦੀ, ਜਿਹੜਾ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਦੱਸਿਆ ਗਿਆ ਕਿ ਉਹ ਜਿਹੜਾ ਨੋਟਿਸ ਦਿੱਤਾ ਜਾਣਾ ਇਹਨਾਂ ਨੂੰ ਕਿ ਕਿਸ ਵਜ੍ਹਾ ਨਾਲ ਰੋਕਿਆ ਗਿਆ। ਜੀ ਹਾਂ ਦਰਸ਼ਕੋ, ਇਸ ਵੇਲੇ ਦੇ ਲਾਈਵ ਅਪਡੇਟਸ ਜਿਹੜੇ ਤੁਹਾਨੂੰ ਇਕਬਾਣੀ ਚੈਨਲ ਤੇ ਸਾਰੇ ਹੀ ਪਰਿਵਾਰ ਦੇ ਨਾਲ ਸਾਂਝੇ ਕੀਤੇ ਜਾ ਰਹੇ ਸਨ ਕਿ ਇੱਕ ਨੋਟਿਸ ਦੀ ਉਡੀਕ ਜਿਹੜੀ ਕੀਤੀ ਜਾ ਰਹੀ ਹੈ। ਆਪਾਂ ਪਲ ਪਲ ਦੀ ਅਪਡੇਟ ਤੁਹਾਡੇ ਤੱਕ ਪਹੁੰਚਾਈ ਹੈ ਔਰ ਕੋਸ਼ਿਸ਼ ਕਰਾਂਗੇ ਕਿ ਅਗਲੇ ਵੀ ਅਪਡੇਟ ਤੁਹਾਡੇ ਤੱਕ ਜਲਦ ਹੀ ਪਹੁੰਚਾ ਸਕੀਏ, ਕਿਉਂਕਿ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਜਿਹੜਾ ਕਿ ਕਿਹਾ ਗਿਆ ਕਿ ਉਹਨਾਂ ਤੱਕ ਇੱਕ ਵੈਲਿਡ ਨੋਟਿਸ ਪਹੁੰਚਾਇਆ ਜਾਏਗਾ, ਉਹ ਤੁਹਾਡੇ ਤੱਕ ਜ਼ਰੂਰ ਸਾਂਝੇ ਕਰਾਂਗੇ। ਔਰ ਤੁਸੀਂ ਇਕਬਾਣੀ ਚੈਨਲ ਦੇ ਨਾਲ ਜੁੜੇ ਰਹਿਣਾ ਤਾਂ ਕਿ ਆਖਰੀ ਅਪਡੇਟ ਤੁਹਾਡੇ ਤੱਕ, ਕਿਉਂਕਿ ਮੈਂ ਵੇਖ ਪਾ ਰਿਹਾ ਕਿ ਸਾਰੀ ਸਿੱਖ ਸੰਗਤ ਜਿਹੜੀ ਹੈ ਉਹ ਇਸ ਵਕਤ ਲਾਈਵ ਇਕਬਾਣੀ ਚੈਨਲ ਨੂੰ ਵੇਖ ਰਹੀ ਹੈ। ਇਸੇ ਤਰ੍ਹਾਂ ਤੁਸੀਂ ਜੁੜੇ ਰਹਿਣਾ ਹੈ। ਥੋੜੀ ਹੀ ਦੇਰ ਤੱਕ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਲਾਈਵ ਅਪਡੇਟ ਲੈ ਕੇ। ਉਹ ਨੋਟਿਸ ਤੁਹਾਡੇ ਨਾਲ ਜ਼ਰੂਰ ਰੂਬਰੂ ਕਰਾਂਗੇ ਜਿਹੜੇ ਕਿ ਇਸ ਵਕਤ ਤੱਕ ਦਿੱਤਾ ਗਿਆ ਹੈਗਾ।